ਹਰੀ ਰਾਏ ਹਰਿ ਕ੍ਰਿਸ਼ਨ ਗੁਰ ਬਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓਂਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਏਕ ਓਂਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਮੂਲਾ ਸੂਜਾ ਧਾਵਣੇ ਚੰਦੂ ਚੌਛੜ ਆਸ। ਰਾਮਦਾਸ ਭੰਡਾਰੀਆ ਬਾਲਾ ਸਾਈਂ ਦਾਸ। ਮੂਲਾ ਸੂਜਾ ਧਾਵਣੇ ਚੰਦੂ ਚੌਛੜ ਆਸ। ਸਤਿਗੁਰੂ ਜੀ ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ ਦਾਸਾਂ, ਗਰੀਬਾਂ, ਸਿੱਖਾਂ, ਸੇਵਕਾਂ ਦੇ ਉੱਤੇ ਕਿਰਪਾ ਕਰਨ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਕਰਨ ਵਾਲੇ ਧੰਨ ਧੰਨ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਪਿਆਰ ਸਤਿਕਾਰ ਸਹਿਤ ਗੱਜ ਕੇ ਉਚਾਰਨ ਕਰੋ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਮਹਾਨ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸੰਗਤ ਜੀ, ਅਸੀਂ ਤੁਸੀਂ ਸਾਰੇ ਹੀ ਗੁਰੂ ਜੀ ਦੀ ਹਾਜ਼ਰੀ ਦੇ ਵਿੱਚ ਬੈਠੇ ਹਾਂ। ਗੁਰੂ ਜੀ ਦੇ ਦਰਸ਼ਨ ਕਰ ਰਹੇ ਹਾਂ। ਆਪਣੇ ਜੀਵਨ ਦਾ ਭਲਾ ਕਰਨ ਵਾਸਤੇ ਆਪ ਜੀ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਏ ਹੋ। ਲੜੀਵਾਰ ਕਥਾ ਪੰਚਮ ਗੁਰਦੇਵ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਆਪ ਜੀ ਸਰਵਣ ਕਰ ਰਹੇ ਹੋ। ਸਤਿਗੁਰੂ ਜੀ ਬਹੁਤੇ ਕਿਰਪਾਲੂ ਹਨ, ਬਹੁਤ ਦਿਆਲੂ ਹਨ। ਗੁਰਸਿੱਖ ਮਹਾਰਾਜ ਜੀ ਦੇ ਕੋਲ ਆਉਂਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਵਾਲ ਕਰਦੇ ਹਨ। ਸਵਾਲ ਕੀ ਹਨ? ਸਵਾਲ ਵਿੱਚ ਵੀ ਫਰਕ ਹੁੰਦਾ ਹੈ ਜੀ। ਕੁਝ ਲੋਕ ਕਿੰਤੂ ਕਰਨ ਵਾਸਤੇ ਸਵਾਲ ਕਰਦੇ ਹਨ। ਕੁਝ ਲੋਕ ਜਿਹੜੇ ਆ ਨਾ, ਉਹਨਾਂ ਦਾ ਸਵਾਲ ਕਿੰਤੂ ਵਾਸਤੇ ਨਹੀਂ ਹੁੰਦਾ। ਅੰਦਰ ਦੀ ਜੋ ਮੁਸ਼ਕਿਲ ਹੈ, ਰੁਕਾਵਟ ਹੈ, ਆਪਣੀ ਅੰਦਰ ਦੀ ਜਿਗਿਆਸਾ ਮਹਾਰਾਜ ਜੀ ਨੂੰ ਦੱਸਦੇ ਹਨ। ਮਹਾਰਾਜ ਉਹਨਾਂ ਦੇ ਮਸਲੇ ਹੱਲ ਕਰ ਦਿੰਦੇ ਹਨ। ਤੁਸੀਂ ਸੁਣਿਆ 3 ਗੁਰਸਿੱਖ ਮਹਾਰਾਜ ਜੀ ਦੇ ਕੋਲ ਆਏ। ਆ ਕੇ ਮਹਾਰਾਜ ਜੀ ਨੂੰ ਕਹਿਣ ਲੱਗੇ, ਸੱਚੇ ਪਾਤਸ਼ਾਹ ਕਿਰਪਾ ਕਰੋ ਸਾਡਾ ਭਲਾ ਹੋਵੇ, ਐਸਾ ਉਪਦੇਸ਼ ਦਿਓ। ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਕਹਿਣ ਲੱਗੇ, ਭਾਈ ਤੁਹਾਨੂੰ ਰਾਗ ਗਾਉਣੇ ਆਉਂਦੇ ਆ, ਰਾਗ ਦੀ ਸੋਝੀ ਹੈ ਤੁਹਾਨੂੰ, ਤੁਸੀਂ ਗੁਰਬਾਣੀ ਨੂੰ ਰਾਗਾਂ ਵਿੱਚ ਗਾਇਆ ਕਰੋ, ਤੁਹਾਡਾ ਭਲਾ ਹੋਵੇਗਾ ਜੀ। ਉਹ ਪ੍ਰਸੰਗ ਤੁਸੀਂ ਸੁਣਿਆ। ਮਹਾਰਾਜ ਕਹਿਣ ਲੱਗੇ ਕੀਰਤਨ ਕਰਿਆ ਕਰੋ, ਤੁਹਾਡਾ ਬੜਾ ਹੀ ਭਲਾ ਹੋਏਗਾ। ਉਹਨਾਂ ਨੇ ਕਿਹਾ ਮਹਾਰਾਜ ਕੁਝ ਸਿੱਖ ਪਾਠ ਕਰਦੇ ਹਨ, ਕੁਝ ਪ੍ਰੇਮੀ ਕਥਾ ਕਰਦੇ ਹੈ, ਇਹਨਾਂ ਦਾ ਕੀ ਮਹਾਤਮ ਹੈ? ਸਤਿਗੁਰੂ ਜੀ ਨੇ ਸਾਰੀਆਂ ਗੱਲਾਂ ਖੋਲ੍ਹ ਕੇ ਦੱਸੀਆਂ। ਤੁਸੀਂ ਸੁਣਿਆ ਜੀ। ਕਥਾ ਮਾਂ ਹੈ, ਕੀਰਤਨ ਪੁੱਤਰ ਹੈ, ਅਤੇ ਪ੍ਰੇਮ ਜਿਹੜਾ ਉਹ ਕਥਾ ਦਾ ਪਤੀ ਹੈ, ਕੀਰਤਨ ਦਾ ਪਿਤਾ ਹੈ। ਪ੍ਰੇਮ ਹੋਏਗਾ ਤੇ ਦੋਵੇਂ ਚੀਜ਼ਾਂ ਫੱਬਦੀਆਂ ਨੇ, ਪ੍ਰੇਮ ਨਾ ਹੋਵੇ ਦੋਵੇਂ ਚੀਜ਼ਾਂ ਨਹੀਂ ਫੱਬਦੀਆਂ ਜੀ। ਸੋ ਮਹਾਰਾਜ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ। ਗੁਰਸਿੱਖਾਂ ਨੇ ਮਹਾਰਾਜ ਜੀ ਦਾ ਉਪਦੇਸ਼ ਸੁਣਿਆ, ਉਸ ਦੀ ਕਮਾਈ ਕੀਤੀ ਜੀ। ਹੁਣ
ਆਪਾਂ ਅੱਜ ਦੀ ਕਥਾ ਪਿਆਰ ਦੇ ਨਾਲ ਸਰਵਣ ਕਰੀਏ। ਧਰੋ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦਾ ਧਿਆਨ, ਗੱਜ ਕੇ ਆਖੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਧੰਨ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮੂਲਾ ਸੂਜਾ ਧਾਵਣੇ, ਚੰਦੂ ਚੌ ਝੜ ਆਸ। ਇਹ ਸਿੱਖਾਂ ਦੇ ਨਾਮ ਨੇ ਜੀ, ਪੁਰਾਣੇ ਸਮੇਂ ਦੇ ਸਿੱਖਾਂ ਦੇ ਨਾਮ ਹੈ। ਭਾਈ ਮੂਲਾ ਜੀ, ਭਾਈ ਸੂਜਾ ਧਾਵੜੇ ਜੀ। ਧਾਵੜੇ ਇਹ ਗੋਤ ਹੈ ਜੀ। ਮੂਲਾ ਜੀ ਤੇ ਸੂਜਾ ਜੀ ਦੋਵੇਂ ਧਾੜਵੇ ਗੋਤ ਦੇ ਹੈਗੇ ਆ ਜੀ। ਭਾਈ ਮੂਲਾ ਜੀ, ਭਾਈ ਸੂਜਾ ਜੀ, ਭਾਈ ਚੰਦੂ ਜੀ। ਚੰਦੂ ਨਾਮ ਵੀ ਪੁਰਾਤਨ ਹੈਗਾ ਜੀ। ਭਾਈ ਚੰਦੂ ਚੌਚੜ ਜੀ। ਹਾਂਜੀ। ਰਾਮਦਾਸ ਭੰਡਾਰੀਆ, ਬਾਲਾ ਸਾਈਂ ਦਾਸ। ਇੱਕ ਸਿੱਖ ਦਾ ਨਾਮ ਹੈ ਭਾਈ ਰਾਮਦਾਸ, ਇੱਕ ਸਿੱਖ ਦਾ ਨਾਮ ਹੈ ਭਾਈ ਬਾਲਾ, ਇੱਕ ਸਿੱਖ ਦਾ ਨਾਮ ਹੈ ਭਾਈ ਸਾਈਂ ਦਾਸ। ਇਹ 6 ਸਿੱਖਾਂ ਦੇ ਨਾਮ ਤੁਸੀਂ ਸੁਣੇ ਜੀ। ਸਿੱਧਾ ਜਿਹਾ ਨਾਮ ਦਸੀਏ, ਭਾਈ ਮੂਲਾ ਜੀ, ਸੂਜਾ ਜੀ, ਚੰਦੂ ਜੀ, ਰਾਮਦਾਸ ਜੀ, ਬਾਲਾ ਜੀ ਤੇ ਸਾਈਂ ਦਾਸ ਜੀ। ਹਾਂਜੀ। ਚੌਪਈ ਖਸ਼ਟ ਮਿਲੇ ਸ਼੍ਰੀ ਅਰਜਨ ਪਾਸ। ਖਸ਼ਟ ਦਾ ਅਰਥ 6 ਹੁੰਦਾ ਸੰਗਤ ਜੀ। ਇਹ 6 ਜਣੇ ਇਕੱਠੇ ਹੋ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਗਰੀਬ ਨਵਾਜ ਜੀ ਦੇ ਕੋਲ ਆਏ ਜੀ। ਹਾਂਜੀ। ਪੱਗ ਬੰਧਨ ਕੀਨੀ ਅਰਦਾਸ। ਆਏ ਆ ਕੇ ਕੀ ਕੀਤਾ ਜੀ? ਹੱਥ ਜੋੜ ਕੇ ਮੱਥਾ ਟੇਕਿਆ ਹੈ ਜੀ। ਆਪਾਂ ਵੀ ਟੇਕੀ, ਆਖੋ ਵਾਹਿਗੁਰੂ ਵਾਹਿਗੁਰੂ। ਨਮਸਕਾਰ ਕਰਕੇ ਅਰਦਾਸ ਕੀਤੀ ਹੈ ਜੀ ਇਹਨਾਂ ਨੇ। ਹਾਂਜੀ। ਗੁਰੂ ਗਰੀਬ ਨਿਵਾਜ ਜੇ ਪ੍ਰਾਨੀ, ਕਰਮ ਕਰਤ ਦਵੈ ਬਿਦ ਸਭ ਜਾਨੀ। ਸੱਚੇ ਪਾਤਸ਼ਾਹ ਮਹਾਰਾਜ, ਅਸੀਂ ਸੁਣਿਆ ਬੰਦਾ 2 ਤਰੀਕਿਆਂ ਦਾ ਕਰਮ ਕਰਦਾ ਜੀ। ਕੋਈ ਵੀ ਕੰਮ ਹੈ, ਕਥਾ ਸੁਣ ਰਹੇ ਆ, ਇੱਥੋਂ ਤੱਕ ਨਾਮ ਵੀ ਜਪਦਾ ਹੈ, 2 ਹੀ ਗੱਲਾਂ ਨੇ ਜੀ। ਹਾਂਜੀ। ਕਿਹੜੀ ਕਿਹੜੀ ਹੈ? ਇੱਕ ਤੇ ਆਸ ਹੈ, ਸਵਾਰਥ ਮੰਗ ਹੈ, ਇੱਕ ਕੋਈ ਮੰਗ ਨਹੀਂ ਹੈਗੀ ਜੀ। ਇੱਕ ਤੇ ਕਾਮਨਾ ਹੈ, ਇੱਕ ਨਿਸ਼ਕਾਮ ਹੈ ਜੀ। 2 ਤਰੀਕੇ ਦੇ ਕਰਮ ਹੁੰਦੇ ਆ ਜੀ। ਹਾਂਜੀ। ਧਰਮ ਰਾਏ ਕੇ ਢਿਗ ਸਭ ਕੋਏ, ਹਾਂਜੀ। ਪਾਪ ਪੁੰਨ ਕੋ ਲੇਖਾ ਹੋਏ। ਅਸੀਂ ਇਹ ਵੀ ਸੁਣਿਆ ਵੀ ਧਰਮ ਰਾਜੇ ਦੇ ਕੋਲ ਬੰਦੇ ਨੇ ਲੇਖਾ ਦੇਣ ਜਾਣਾ ਜੀ। ਪਾਪ ਪੁੰਨ ਉੱਥੇ ਹਰ ਗੱਲ ਦੀ ਵਿਚਾਰ ਹੁੰਦੀ ਜੀ ਬੰਦੇ ਦੀ ਜੀ। ਜਿਹੜਾ ਕਰਦਾ ਨਾ ਚੋਰੀ, ਹਾਂਜੀ, ਗਲ 'ਚ ਸੰਗਲ ਪਾ ਕੇ ਧੁੰਦੇ ਜੀ ਫਿਰ ਉੱਥੇ ਜੀ ਉਹਨੂੰ ਜੀ, ਧਰਮ ਰਾਜੇ ਦੀ ਕਚਹਿਰੀ ਦੇ ਵਿੱਚ ਜੀ। ਸੋ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਇਹ ਵੀ ਸੁਣਿਆ ਕਿ ਧਰਮ ਰਾਜੇ ਦੀ ਕਚਹਿਰੀ ਵਿੱਚ ਪਾਪ ਪੁੰਨ ਦੀ ਵਿਚਾਰ ਹੋਣੀ ਹੈ। ਹਾਂਜੀ। ਫਲ ਦੁਨਹਨ ਕੇ ਨਿਆਰੇ ਨਿਆਰੇ। ਮਹਾਰਾਜ ਗਰੀਬ ਨਵਾਜ ਫਿਰ ਫਲ ਵੀ ਉਹਨਾਂ ਦੇ ਵੱਖੋ ਵੱਖਰੇ ਹੈ। ਪਾਪ ਦਾ ਫਲ ਕੀ ਹੈ? ਦੁੱਖ ਮਿਲੇਗਾ। ਪੁੰਨ ਦਾ ਫਲ ਕੀ ਹੈ? ਸੁੱਖ ਮਿਲੇਗਾ ਉੱਥੇ। ਹਾਂਜੀ। ਕਿਧੋਂ ਸ਼ੇਖ ਰਹਿੰਦੇ ਫਲ ਵਿਆਰੇ। ਗੱਜ ਕੇ ਆਖੋ ਵਾਹਿਗੁਰੂ। ਤੇ ਅੱਡੋ ਅੱਡ ਫਲ ਮਿਲਣਗੇ। ਪਾਪ ਪੁੰਨ ਮਹਾਰਾਜ ਸੱਚੇ ਪਾਤਸ਼ਾਹ ਸਾਰਿਆਂ ਦਾ ਫਲ ਮਿਲਣਾ। ਮਹਾਰਾਜ ਕੁਝ ਕਰਮ ਐਸੇ ਵੀ ਹੈ ਜਿਨ੍ਹਾਂ ਦਾ ਫਲ ਨਹੀਂ ਮਿਲਦਾ ਹੋਏਗਾ। ਹਾਂਜੀ। ਸ਼੍ਰੀ ਅਰਜਨ ਸੁਨ ਬਾਕ ਬਖਾਨੇ। ਆਖੋ ਵਾਹਿਗੁਰੂ ਵਾਹਿਗੁਰੂ। ਹੁਣ ਉਹਨਾਂ ਦੇ ਮਨ ਦਾ ਬਲਬਲਾ ਹੈ ਜੀ। ਸਾਡੇ ਮਨਾਂ ਵਿੱਚ ਵੀ ਬਲਬਲੇ ਪੈਦਾ ਹੁੰਦੇ। ਬੜੇ ਗੁਰਸਿੱਖ ਬੜੇ ਤਰ੍ਹਾਂ ਦੇ ਸਵਾਲ ਪੁੱਛਦੇ ਆ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਉੱਤਰ ਦੇਣ ਲੱਗੇ ਜੀ। ਹਾਂਜੀ। 4 ਪ੍ਰਕਾਰਨ ਕੇ ਸਿੱਖ ਜਾਣੇ। ਮਹਾਰਾਜ ਕਹਿਣ ਲੱਗੇ, ਗੁਰਮੁਖੋ
4 ਤਰ੍ਹਾਂ ਦੇ ਸਿੱਖ ਹੁੰਦੇ ਆ। ਹੁਣ ਅਸੀਂ ਵੇਖਣਾ ਅਸੀਂ ਕਿਹੜੇ ਤਰ੍ਹਾਂ ਦੇ ਹੈਗੇ ਆ ਜੀ। ਮਹਾਰਾਜ ਕਹਿੰਦੇ 4 ਤਰ੍ਹਾਂ ਦੇ ਸਿੱਖ ਹੈਗੇ, 4 ਤਰ੍ਹਾਂ ਦੇ। ਹਾਂਜੀ। ਇੱਕ ਸਹਿਕਾਮ ਕਰਮ ਕੇ ਕਰਤਾ। ਇੱਕ ਤੇ ਉਹ ਸਿੱਖ ਨੇ ਜਿਹੜੇ ਕਾਮਨਾ ਨਹੀਂ ਰੱਖਦੇ, ਤੇ ਇੱਕ ਉਹ ਜਿਹੜੇ ਕਾਮਨਾ ਰੱਖਦੇ ਆ। ਸਹਿਕਾਮ, ਕਾਮਨਾ ਰੱਖਦੇ, ਮੰਗ ਰੱਖਦੇ। ਮੰਗ ਦੀ ਸੇਵਾ ਕੀਤੀ, ਪਿੱਛੇ ਮੰਗ ਹੈਗੀ ਆ ਜੀ। ਮਹਾਰਾਜ ਸੱਚੇ ਪਾਤਸ਼ਾਹ ਮੇਰੀ ਧੀ ਨੂੰ ਨੌਕਰੀ ਮਿਲ ਜੇ, ਮਹਾਰਾਜ ਮੇਰਾ ਮੁੰਡਾ ਬਾਹਰ ਚਲ ਜੇ, ਨੌਕਰੀ ਪਿੱਛੇ ਮੰਗ ਹੈਗੀ ਨਾ ਜੀ। ਮਹਾਰਾਜ ਕਹਿੰਦੇ ਇੱਕ ਸਿੱਖ ਐਸੇ ਜਿਹੜੇ ਮੰਗ ਰੱਖ ਕੇ ਸੇਵਾ ਕਰਦੇ, ਮੰਗ ਰੱਖ ਕੇ ਜੀ। ਪਿੱਛੇ ਮੰਗ ਹੁੰਦੀ ਫਿਰ ਕੰਮ ਕਰਦੇ ਜੀ ਉਹ। ਹਾਂਜੀ। ਬੇਅ ਨਿਸ਼ਕਾਮ ਕਰਮ ਕੋ ਧਰਤਾ। ਦੂਜੇ ਜਿਹੜੇ ਆ ਉਹ ਕੰਮ ਤੇ ਕਰਦੇ ਆ, ਪਰ ਗੁਰੂ ਅਰਜਨ ਸਾਹਿਬ ਕਹਿੰਦੇ ਪਿੱਛੇ ਮੰਗ ਨਹੀਂ ਕੋਈ ਉਹਨਾਂ ਦੀ ਹੁੰਦੀ ਜੀ। ਗੱਜ ਕੇ ਆਖੋ ਵਾਹਿਗੁਰੂ। ਪਿੱਛੇ ਕੋਈ ਮੰਗ ਨਹੀਂ ਹੁੰਦੀ ਵੀ ਰੱਬ ਸਾਨੂੰ ਆਹ ਦੇਵੇ ਅਸੀਂ ਤਾਂ ਨਾਮ ਜਪਣਾ। ਉਹਨਾਂ ਦੀ ਕੋਈ ਮੰਗ ਨਹੀਂ ਹੁੰਦੀ ਜੀ। ਹੁਣ ਵੇਖ ਲਓ ਅਸੀਂ ਕਿੰਨਾਂ ਵਿੱਚੋਂ ਹੈਗੇ ਜੀ। ਅਜੇ ਤੇ 4 ਤਰ੍ਹਾਂ ਦੇ ਦੱਸਣੇ ਆ ਮਹਾਰਾਜ ਨੇ। ਹਾਂਜੀ। ਕਰ ਉਪਾਸਨਾ ਤ੍ਰਿਤੀ ਪਛਾਨੋ। ਮਹਾਰਾਜ ਕਹਿੰਦੇ ਤੀਜੇ ਉਹ ਹੈ ਉਪਾਸਨਾ ਕਰਦੇ ਆ ਜੀ। ਹਾਂਜੀ। ਚਤੁਰਥ ਬ੍ਰਹਮ ਗਿਆਨੀ ਸਿੱਖ ਜਾਨੋ। ਤੇ ਚੌਥਾ ਇਹਨਾਂ ਤੋਂ ਵੀ ਉੱਤੇ ਹੁੰਦਾ, ਉਹ ਬ੍ਰਹਮ ਗਿਆਨੀ ਹੁੰਦਾ। ਮਹਾਰਾਜ ਕਹਿਣ ਲੱਗੇ ਹੁੰਦਾ ਬ੍ਰਹਮ ਗਿਆਨੀ ਵੀ ਸਿੱਖ ਹੀ ਆ ਜੀ। ਹਾਂਜੀ। ਤੁਮ ਚਾਰਨ ਮੈਂ ਬੂਝੋ ਕੌਣ। ਮਹਾਰਾਜ ਕਹਿਣ ਲੱਗੇ ਹੁਣ ਇਹ ਦੱਸੋ ਵੀ ਤੁਸੀਂ 4ਾਂ ਵਿੱਚੋਂ ਕਿਹਦੀ ਗੱਲ ਕਰ ਰਹੇ ਹੋ। ਹਾਂਜੀ। ਕਰਹਿ ਸੁਨਾਵਨ ਜਸ ਗਤ ਤੌਣ। ਜਿਸ ਬਾਰੇ ਗੱਲ ਕਰਦੇ ਹੋ ਤੁਹਾਨੂੰ ਦੱਸ ਦਿੰਦੇ ਆ ਵੀ ਕਿਹਦੇ ਕਰਮਾਂ ਦਾ ਫਲ ਉੱਥੇ ਮਿਲਦਾ, ਕਿਹਦੇ ਨਹੀਂ ਮਿਲਦਾ। ਹਾਂਜੀ। ਸੁਨ ਸਿੱਖਨ ਭਾਖਿਓ ਜੇ ਚਾਰੋ। ਜਿਮ ਬਿਰਤਾਂਤ ਹੋਏ ਤਥਾ ਉਚਾਰੋ। ਗੱਜ ਕੇ ਆਖੋ ਸਵਾਲ ਸੁਣੋ ਸਿੱਖਾਂ ਦਾ। ਸਵਾਲ ਕੀ ਸੀਗਾ ਕਿ ਮਹਾਰਾਜ ਧਰਮ ਰਾਜੇ ਦੇ ਕੋਲ ਕਿੰਨਾ ਕਿੰਨਾ ਕਰਮਾਂ ਦਾ ਫਲ ਮਿਲਦਾ, ਪਾਪ ਪੁੰਨ ਦਾ ਮਿਲਦਾ। ਕੁਝ ਕਰਮ ਐਸੇ ਵੀ ਆ ਜਿਨ੍ਹਾਂ ਦਾ ਫਲ ਨਹੀਂ ਮਿਲਦਾ। ਤੇ ਮਹਾਰਾਜ ਨੇ 4 ਤਰੀਕੇ ਦੇ ਸਿੱਖ ਦੱਸੇ ਜੀ। ਮਹਾਰਾਜ ਕਹਿੰਦੇ ਕਿੰਨਾ ਬਾਰੇ ਪੁੱਛਣਾ। ਕਹਿੰਦੇ ਮਹਾਰਾਜ ਜੇ ਖੁਸ਼ ਹੋਏ, ਜੇ ਮਿਹਰਬਾਨ ਹੋਏ ਤੇ 4ਾਂ ਬਾਰੇ ਹੀ ਦੱਸ ਦਿਓ ਸਾਨੂੰ। ਮਹਾਰਾਜ 4ਾਂ ਬਾਰੇ ਹੀ ਪਤਾ ਲੱਗ ਜੇ ਜੀ। ਸਿਆਣੇ ਆ, ਚੰਗੀ ਗੱਲ ਕੀਤੀ ਜੀ ਉਹਨਾਂ ਨੇ। ਹਾਂਜੀ। ਗੁਰੂ ਕਹਿਣ ਲਾਗੇ ਕਿਸ ਕਾਲ। ਮਹਾਰਾਜ ਫਿਰ ਉਸ ਸਮੇਂ ਆਪਣੇ ਪਿਆਰੇ ਗੁਰਸਿੱਖਾਂ ਨੂੰ ਦੱਸਣ ਲੱਗੇ। ਕੌਣ ਕੌਣ ਆਇਆ ਭਲਾ? ਭਾਈ ਮੂਲਾ ਜੀ, ਭਾਈ ਸੂਜਾ ਜੀ, ਭਾਈ ਚੰਦੂ ਜੀ, ਭਾਈ ਰਾਮਦਾਸ ਜੀ, ਭਾਈ ਬਾਲਾ ਜੀ ਤੇ ਭਾਈ ਸਾਈਂ ਦਾਸ ਜੀ। ਮਹਾਰਾਜ ਉਹਨਾਂ ਨਾਲ ਬਚਨ ਕਰਨ ਲੱਗੇ ਜੀ। ਹਾਂਜੀ। ਜਿਮ ਇੱਕ ਹੋਤ ਮਹਾ ਮਹਿਪਾਲ। ਮਹਾਰਾਜ ਕਹਿੰਦੇ ਹੁਣ ਗੱਲ ਧਿਆਨ ਨਾਲ ਸੁਣਿਓ। ਕਹਿੰਦੇ ਇੱਕ ਬੜਾ ਵੱਡਾ ਰਾਜਾ ਹੋਵੇ ਜੀ, ਬਹੁਤ ਵੱਡਾ ਰਾਜਾ ਹੋਵੇ। 4 ਪ੍ਰਕਾਰ ਪ੍ਰਜਾ ਤਿਸ ਕੇਰੀ। 4 ਤਰ੍ਹਾਂ ਦੀ ਜਨਤਾ ਉਹਦੇ ਕੋਲ ਰਹਿੰਦੀ ਹੋਵੇ। ਮਹਾਰਾਜ ਕਹਿਣ ਲੱਗੇ 4 ਤਰ੍ਹਾਂ ਦੀ ਜਨਤਾ ਉਹਦੇ ਕੋਲ ਰਹਿੰਦੀ ਹੋਵੇ ਜੀ। ਇੱਕ ਤਾਂ ਖੇਤੀ ਕਰੈ ਕਨੇਰੀ। ਇੱਕ ਪਹਿਲੇ ਕਿਸਮ ਦੇ ਉਹ ਲੋਕ ਨੇ ਜਿਹੜੇ ਖੂਬ ਖੇਤੀ ਕਰਦੇ ਆ। ਹਾਂਜੀ। ਨਿਰਪਕੋ ਨਰ ਤਿਨ ਉਪਰ ਰਹੈ। ਪਰ ਰਾਜੇ ਦੇ ਬੰਦੇ ਉਹਨਾਂ ਬੰਦਿਆਂ ਦੇ ਸਿਰ ਤੇ ਖਲੋਤੇ ਹੁੰਦੇ ਆ ਜੀ। ਰਾਜੇ ਦੇ ਅਧੀਨ ਹੁੰਦੇ ਪੂਰੇ ਜੀ। ਉਹ ਬੰਦੇ ਲਾਏ ਹੁੰਦੇ ਰਾਜੇ ਨੇ ਆਪਣੇ ਜੀ ਉਹਨਾਂ ਉੱਤੇ। ਹਾਂਜੀ। ਕਰਹਿ ਭਾਵਲੀ ਅੰਨ ਜੇ ਲਹੈ। ਗੱਜ ਕੇ ਆਖੋ ਜਦੋਂ ਉਹ ਖੇਤੀ ਕਰ ਲੈਂਦੇ ਆ, ਦਾਣੇ ਅੰਨ ਦੇ ਨਿਕਲਦੇ ਆ, ਰਾਜੇ ਦੇ ਬੰਦੇ ਆਉਂਦੇ ਆ, ਬਹੁਤ ਹਿੱਸਾ ਵਿੱਚੋਂ ਲੈ ਜਾਂਦੇ ਆ ਜੀ। ਇਹ ਰਾਜੇ ਦਾ ਹਿੱਸਾ ਜਿਹਨੂੰ ਟੈਕਸ ਕਹਿੰਦੇ ਜੀ। ਹਾਂਜੀ। ਸਦਾ ਮੁਹਸਿਲ ਬਟਹਿ ਦਾਨਾ। ਹਾਂਜੀ। ਜੇ ਖਿਆਨਤ ਕੋ ਕਰੈ ਅਜਾਨਾ। ਉਹ ਗਰਾਉਣ ਵਾਲੇ ਮਹਾਰਾਜ ਕਹਿੰਦੇ ਉੱਤੇ ਹੀ ਖਲੋਤੇ ਹੁੰਦੇ ਜੀ। ਬੰਦਾ ਉਹਨਾਂ ਦੇ ਦਾਣੇ ਇਹ ਨਹੀਂ ਕਹਿ ਸਕਦਾ ਵੀ ਮੈਂ ਨਹੀਂ ਦੇਣੇ, ਉਹ ਟੈਕਸ ਦੇਣਾ ਪੈਂਦਾ। ਮਹਾਰਾਜ ਕਹਿੰਦੇ
ਇਹ ਪਹਿਲੇ ਕਿਸਮ ਦੇ ਲੋਕਾਂ ਦੀ ਗੱਲ ਚੱਲ ਰਹੀ ਹੈ ਜੀ। ਹਾਂਜੀ। ਦੰਡ ਦੇਹ ਰਾਖੈ ਚੁਕਸਾਈ। ਜੇ ਕੋਈ ਅੜੀ ਤੜੀ ਕਰੇ, ਉਹ ਬੰਦੇ ਸਾਵਧਾਨੀ ਰੱਖਦੇ ਆ, ਦੰਡ ਵੀ ਦਿੰਦੇ ਉਹਨੂੰ ਵੀ ਤੂੰ ਕਿਉਂ ਨਹੀਂ ਦਿੱਤੇ ਦਾਣੇ। ਹਾਂਜੀ। ਹੋਇਓ ਅੰਨ ਸਭ ਲੇਹ ਬੰਟਾਈ। ਜਿੰਨਾ ਵੀ ਅੰਨ ਪੈਦਾ ਹੁੰਦਾ ਹੈ, ਉਸ ਅੰਨ ਦਾ ਇੱਕ ਹਿੱਸਾ, ਵੱਡਾ ਹਿੱਸਾ ਰਾਜੇ ਦੇ ਕੋਲ ਜਾਂਦਾ ਜੀ। ਇਹ ਗੱਲ ਤੇ ਬਿਲਕੁਲ ਹੀ ਸਧਾਰਨ ਹੈਗੀ ਜੀ। ਹਾਂਜੀ। ਪਹਿਲੇ ਸਮੇਂ 'ਚ ਰਾਜੇ ਲੋਕ ਮਾਮਲਾ ਲੈਂਦੇ ਸੀਗੇ ਜੀ। ਬਾਬਾ ਬੁੱਢਾ ਸਾਹਿਬ ਜੀ ਨੂੰ ਵੈਰਾਗ ਇਸੇ ਗੱਲ ਕਰਕੇ ਲੱਗਿਆ ਨਾ, ਹਾਕਮਾਂ ਦੇ ਘੋੜੇ ਆਏ ਸਭ ਫਸਲਾਂ ਤਬਾਹ ਕਰਕੇ, ਕਹਿੰਦੇ ਉਹ ਦਾਣੇ ਗਰਾਉਂਦੇ ਹੁੰਦੇ ਸੀਗੇ ਸਾਰੇ ਜੀ। ਮਹਾਰਾਜ ਕਹਿੰਦੇ ਇੱਕ ਤੇ ਉਹ ਲੋਕ ਜਿਨ੍ਹਾਂ ਨੂੰ ਦੇਣੇ ਹੀ ਪੈਂਦੇ ਜੀ, ਨਾ ਦੇਣ ਤੇ ਸਜ਼ਾ ਮਿਲਦੀ ਹੈ ਜੀ। ਹਾਂਜੀ। ਦੁਤੀਏ ਪਟਾ ਲਿਖਾਏ ਚੁਕਾਵੇ। ਦੂਜੇ ਕਿਹੜੇ ਆ? ਗੱਜ ਕੇ ਆਖੋ ਵਾਹਿਗੁਰੂ। ਦੂਸਰੇ ਜ਼ਮੀਨ ਪਟੇ ਤੇ ਲੈ ਲੈਂਦੇ ਆ, ਮਹਾਰਾਜ ਕਹਿਣ ਲੱਗੇ। ਹਾਂਜੀ। ਪਹਿਲੇ ਤੇ ਵਿਚਾਰੇ ਮਜ਼ਦੂਰ ਜਿਹੇ ਹੈਗੇ ਆ ਜੀ। ਰਾਜੇ ਦੇ ਬੰਦੇ ਆਉਂਦੇ ਆ, ਸਭ ਦਾਣਾ ਲੈ ਜਾਂਦੇ ਆ, ਥੋੜਾ ਬਹੁਤਾ ਹੀ ਉਹਨਾਂ ਨੂੰ ਮਿਲਦਾ ਖਾਣ ਜੋਗਾ ਜੀ। ਦੂਜੇ ਜ਼ਮੀਨ ਪਟੇ ਤੇ ਲਈ ਹੁੰਦੀ ਰਾਜੇ ਕੋਲੋਂ ਜੀ। ਹਾਂਜੀ। ਖਸ਼ਟ ਮਾਸ ਮਹਿ ਨ੍ਰਿਪ ਨਰ ਜਾਵੇ। ਉਹਨਾਂ ਦੇ ਸਿਰ ਤੇ ਰਾਜੇ ਦੇ ਬੰਦੇ ਨਹੀਂ, ਮਹਾਰਾਜ ਕਹਿੰਦੇ, ਖਲੋਂਦੇ। 6 ਮਹੀਨੇ ਬਾਅਦ ਰਾਜੇ ਦੇ ਬੰਦੇ ਉਹਨਾਂ ਬੰਦਿਆਂ ਕੋਲ ਜਾਂਦੇ ਆ। ਹਾਂਜੀ। ਕਰਿਓ ਜੋ ਹੋਤ ਦੇਹ ਤਿਸ ਤਾਈ। ਤੇ ਜੋ ਹੁੰਦਾ ਉਹ ਰਾਜੇ ਦਾ ਕੁਝ ਹਿੱਸਾ, ਜਿਹੜਾ ਬਹੁਤਾ ਨਹੀਂ, ਕੁਝ ਹਿੱਸਾ ਰਾਜੇ ਦਾ ਉਹਨਾਂ ਨੂੰ ਦੇ ਦਿੱਤਾ ਜਾਂਦਾ ਜੀ। ਹਾਂਜੀ। ਅਪਰ ਚਿੰਤ ਚਿਤ ਧਰੈ ਨ ਕਾਈ। ਹੋਰ ਦੂਸਰੇ ਤਰ੍ਹਾਂ ਦੇ ਬੰਦਿਆਂ ਨੂੰ ਕੋਈ ਚਿੰਤਾ ਨਹੀਂ ਹੁੰਦੀ ਜੀ। ਹਾਂਜੀ। 6 ਮਹੀਨਿਆਂ ਬਾਅਦ ਬੰਦਿਆਂ ਨੇ ਆਉਣਾ, ਉਹਨਾਂ ਨੇ ਦਾਣੇ ਦੇ ਦੇਣੇ ਜੀ। ਤੇ ਪਹਿਲੇ ਆ ਮਾੜੇ ਬੰਦੇ ਜੀ, ਜ਼ਮੀਨ ਵੀ ਰਾਜੇ ਦੀ ਜੀ। ਹਾਂਜੀ। ਉਹਨਾਂ ਨੇ ਮਜ਼ਦੂਰੀ ਕਰਨੀ ਹੈ ਤੇ ਥੋੜੇ ਬਹੁਤੇ ਉਹਨਾਂ ਨੂੰ ਮਿਲਣੇ, ਬਾਕੀ ਸਾਰੇ ਰਾਜੇ ਦੇ ਜੀ। ਦੂਜੇ ਠੇਕੇ ਵਾਲੇ ਕਹਿ ਲਈਏ ਜੀ। ਹਾਂਜੀ। ਤ੍ਰਿਤੀਏ ਨਰ ਸੌਗਾਤੀ ਜਾਨ। ਮਹਾਰਾਜ ਕਹਿੰਦੇ ਤੀਜੀ ਜਨਤਾ ਹੋਰ ਹੁੰਦੀ ਹੈ, ਸੌਗਾਤੀ, ਸੌਗਾਤਾਂ ਦੇਣ ਵਾਲੇ, ਗਿਫਟ ਦੇਣ ਵਾਲੇ ਜੀ। ਇਹ ਵੀ ਇੱਕ ਤਰ੍ਹਾਂ ਦੀ ਰਿਸ਼ਵਤ ਹੀ ਹੈ। ਗੱਜ ਕੇ ਆਖੋ ਵਾਹਿਗੁਰੂ। ਇੱਕ ਤਰ੍ਹਾਂ ਦੀ ਰਿਸ਼ਵਤ ਹੀ ਹੁੰਦੀ ਹੈ ਜੀ। ਇਹ ਸੌਗਾਤ ਦੇ ਦੇਣੀ ਕੋਈ ਨਾ ਕੋਈ ਰਾਜੇ ਨੂੰ ਜੀ। ਹਾਂਜੀ। ਨਰਿਪ ਕੀ ਹੱਦ ਪਰ ਬਾਸਾ ਥਾਨ। ਉਹ ਰਾਜੇ ਦੀ ਹੱਦ ਵਾਲੀ ਥਾਂ ਤੇ ਹੀ ਰਹਿੰਦੇ ਆ, ਰਹਿੰਦੇ ਰਾਜੇ ਦੇ ਅਧੀਨ ਹੀ ਹੈ। ਹਾਂਜੀ। ਬਾਜੀ ਬਾਜ ਆਦ ਸੌਗਾਤ। ਪਰ ਕਦੀ ਘੋੜਾ ਦੇ ਆਏ, ਕਦੀ ਕੁਝ ਦੇ ਆਏ, ਰਾਜੇ ਨੂੰ ਭੇਟਾ ਦੇ ਆਏ ਜੀ। ਹਾਂਜੀ। ਭੇਜਹਿ ਨ੍ਰਿਪ ਢਿਗ ਨਿਤ ਹਰ ਖਾਤ। ਰਾਜਾ ਉਹਨਾਂ ਕੋਲੋਂ ਭੇਟਾ ਲੈ ਕੇ ਖੁਸ਼ ਹੁੰਦਾ ਰਹਿੰਦਾ ਜੀ, ਵੀ ਕੋਈ ਨਹੀਂ, ਉਹਨਾਂ ਦਾ ਹਿੱਸਾ ਆ ਗਿਆ ਸਮਝੋ। ਹਾਂਜੀ। ਬਾਹੋ ਗ੍ਰਾਮਨ ਕੇ ਰਾਜ ਕਰੰਤੇ। ਦਰਬ ਲਹਿ ਸਭ ਸੁਖ ਭੋਗੰਤੇ। ਗੱਜ ਕੇ ਆਖੋ। ਮਹਾਰਾਜ ਕਹਿਣ ਲੱਗੇ ਉਹ ਫਿਰ ਆਸੇ ਪਾਸੇ ਇਹੋ ਜਿਹੇ ਬੰਦੇ, ਸੌਗਾਤਾਂ ਦੇਣ ਵਾਲੇ, ਲਾਗੇ ਲਾਗੇ ਜ਼ਮੀਨਾਂ ਦੇ ਮਾਲਕ ਬਣੇ ਹੁੰਦੇ। ਮਹਾਰਾਜ ਕਹਿੰਦੇ ਬਸ ਜ਼ਮੀਨ ਉਹਨਾਂ ਦੀ ਹੈ, ਉਹਨਾਂ ਰਾਜੇ ਦਾ ਮੁੱਖ ਬੰਦ ਕਰਨ ਲਈ ਉਹਨੂੰ ਸੌਗਾਤ ਦੇ ਆਉਣੀ ਕੋਈ ਨਾ ਕੋਈ ਦੀ। ਹਾਂਜੀ। ਚੌਥੇ ਮਾਫੀ ਕੇਤਕ ਹੋਏ। ਹਾਂਜੀ। ਆਪਣੋ ਰਾਜ ਕਰਤ ਹੈ ਸੋਏ। ਵਾਹ ਜੀ ਵਾਹ। ਆਖੋ ਵਾਹਿਗੁਰੂ। ਗੱਜ ਕੇ ਵਾਹਿਗੁਰੂ। ਹੋਰ ਗੱਜ ਕੇ। ਸੱਚੇ ਪਾਤਸ਼ਾਹ ਕਹਿੰਦੇ ਹੁਣ ਚੌਥਿਆਂ ਦੀ ਵੀ ਸੁਣ ਲਓ। ਚੌਥੇ ਉਹ ਬੰਦੇ ਹੁੰਦੇ ਆ ਜਿਨ੍ਹਾਂ ਨੂੰ ਰਾਜੇ ਵੱਲੋਂ ਮਾਫੀ ਮਿਲੀ ਹੁੰਦੀ ਹੈ, ਨਾ ਉਹਨਾਂ ਦਾਣੇ ਦੇਣੇ, ਨਾ ਉਹਨਾਂ ਸੁਗਾਤ ਦੇਣੀ ਜੀ। ਰਾਜ ਵੀ ਉਹਨਾਂ ਦਾ ਹੀ ਜੀ, ਆਪਣਾ ਰਾਜ ਜੀ। ਜਿੱਥੇ ਚਾਹਣ ਉਹਨਾਂ ਦੀ ਮਰਜ਼ੀ, ਜੋ ਕਰਨ ਉਹ ਕਰ ਸਕਦੇ ਆ। ਰਾਜੇ ਨੇ ਮਾਫ ਕੀਤਾ ਹੁੰਦਾ ਉਹਨਾਂ ਨੂੰ ਵੀ, ਤੁਸੀਂ ਜੋ ਮਰਜ਼ੀ ਕਰ ਸਕਦੇ ਹੋ। ਹਾਂਜੀ। ਨਰਿਪ ਕੇ ਸੰਗ ਚੜ੍ਹੈ ਜਾਹੇ ਜਹ ਜਾਏ। ਮਹਾਰਾਜ ਕਹਿਣ ਲੱਗੇ ਫਿਰ ਉਹ ਰਾਜੇ ਨੇ ਕਿਤੇ ਜਾਣਾ ਹੋਵੇ ਤੇ ਰਾਜੇ ਦੇ ਨਾਲ ਸਵਾਰੀ ਤੇ ਚੜ੍ਹ ਕੇ ਜਾਂਦੇ ਆ। ਉਹ ਮੇਨ ਗੱਲ ਵੀ ਉਹ ਰਾਜੇ ਦੇ ਆਪਣੇ ਬੰਦੇ ਹੁੰਦੇ ਆ ਜੀ। ਹਾਂਜੀ। ਆਪਣਿਆਂ ਨੂੰ ਛੁੱਟਾਂ ਹੁੰਦੀਆਂ ਜੀ, ਆਪਣਿਆਂ ਦਾ ਕੋਈ ਲੇਖਾ ਜੋਖਾ ਨਹੀਂ ਹੁੰਦਾ ਜੀ।
ਹਾਂਜੀ। ਸਭ ਪਰ ਆਪਣੋ ਹੁਕਮ ਚਲਾਏ। ਮਹਾਰਾਜ ਕਹਿੰਦੇ ਰਾਜੇ ਦਾ ਤੇ ਹੁਕਮ ਚੱਲਦਾ ਹੀ ਹੈ, ਉਹ ਚੌਥੇ ਜਿਨ੍ਹਾਂ ਨੂੰ ਮਾਫੀ ਮਿਲੀ ਹੁੰਦੀ ਨਾ ਉਹਨਾਂ ਦਾ ਵੀ ਹੁਕਮ ਚੱਲਦਾ। ਮਹਾਰਾਜ ਕਹਿਣ ਲੱਗੇ ਉਹ ਵੀ ਹੁਕਮ ਚਲਾ ਲੈਂਦੇ ਜੀ ਆਪਣਾ। ਖਾਣਾ ਅਰ ਦਾਣਾ ਹੋਏ ਜੋਏ। ਹਾਂਜੀ। ਲੇਤੇ ਮਹਿ ਪਾਲਕ ਤੇ ਸੋਏ। ਉਲਟਾ ਖਾਣਾ ਦਾਣਾ ਰਾਜੇ ਦੇ ਕੋਲੋਂ ਉਹ ਲੈਂਦੇ ਆ, ਰਾਜਾ ਖੁਸ਼ੀ ਨਾਲ ਉਹਨਾਂ ਨੂੰ ਦਿੰਦਾ ਹੈ। ਹਾਂਜੀ। ਲਖੋ ਪ੍ਰਜਾ ਪ੍ਰਭ ਕੀ ਇਮਚਾਰ। ਜਿਵੇਂ ਰਾਜੇ ਦੇ ਕੋਲ 4 ਤਰ੍ਹਾਂ ਦੀ ਜਮਤਾ ਹੈ, ਰੱਬ ਕੋਲ ਵੀ ਮਹਾਰਾਜ ਕਹਿੰਦੇ 4 ਤਰ੍ਹਾਂ ਦੇ ਪ੍ਰੇਮੀ ਸਿੱਖ ਹੁੰਦੇ ਆ। ਪਰਮੇਸ਼ਰ ਕੋਲ ਵੀ, ਸਤਿਗੁਰੂ ਜੀ ਦੇ ਕੋਲ ਵੀ ਹੈਗੇ ਜੀ। ਹਾਂਜੀ। ਇੱਕ ਤੋਂ ਸਹਿਕਾਮੀ ਬ੍ਰਿਤ ਧਾਰ। ਆਖੋ ਵਾਹਿਗੁਰੂ। ਇੱਕ ਤਾਂ ਹੈਗੇ ਇੱਛਾ ਵਾਲੇ ਜੀ। ਹਾਂਜੀ। ਇੱਛਾ ਵਾਲੇ, ਉਹਨਾਂ ਕੋਈ ਕੰਮ ਕੀਤਾ ਜੀ, ਪਾਠ ਕਰ ਲਿਆ ਜੀ, ਇੱਛਾ ਰੱਖੀ ਜੀ। ਸਮਝੋ ਖੇਤੀ 'ਚ, ਰਾਜੇ ਦੀ ਖੇਤੀ 'ਚ ਜਾ ਕੇ ਕੰਮ ਕਰ ਰਹੇ, ਇੱਛਾ ਰੱਖ ਕੇ ਖੇਤੀ ਸਾਰੀ ਰਾਜੇ ਦੀ ਰਹਿਣੀ ਹੈ, ਉਹਨਾਂ ਨੂੰ ਗੁਜ਼ਾਰੇ ਜੋਗਾ ਮਿਲਣਾ ਜੀ। ਗੁਜ਼ਾਰੇ ਜੋਗਾ ਮਜ਼ਦੂਰੀ ਕਹਿ ਲਓ ਜੀ। ਹਾਂਜੀ। ਕਾਮ ਰੋ ਕ੍ਰੋਧ ਕੁਰ ਕਹੁ ਲਾਗੇ। ਨੈ ਕਬਹੂ ਹਰ ਕੇ ਰਸ ਪਾਗੇ। ਮਹਾਰਾਜ ਕਹਿੰਦੇ ਉਹਨਾਂ ਦੀ ਇੱਛਾਵਾਂ ਤੇ ਪੂਰੀਆਂ ਹੁੰਦੀਆਂ ਨੇ ਭਗਤੀ ਕਰਕੇ। ਧੀ ਨੂੰ ਨੌਕਰੀ ਮਿਲ ਗਈ, ਪੁੱਤ ਨੂੰ ਮਿਲ ਗਈ, ਮੁੰਡਾ ਬਾਹਰ ਪੱਕਾ ਹੋ ਗਿਆ ਜੀ। ਹਾਂਜੀ। ਰੋਗ ਦੂਰ ਹੋ ਗਏ ਜੀ। ਇੱਛਾਵਾਂ ਤੇ ਪੂਰੀਆਂ ਹੁੰਦੀਆਂ, ਪਰ ਕਾਮ ਕ੍ਰੋਧ ਉਹਨਾਂ ਨੂੰ ਚੰਬੜੇ ਹੀ ਰਹਿੰਦੇ। ਮਹਾਰਾਜ ਕਹਿੰਦੇ ਕਾਮ ਕ੍ਰੋਧ ਨਹੀਂ ਉਹਨਾਂ ਦੇ ਦੂਰ ਹੁੰਦੇ ਜੀ। ਦੂਜੀ ਗੱਲ, ਇੱਛਾ ਰੱਖ ਕੇ ਨਾਮ ਜਪਿਆ, ਇੱਛਾ ਤੇ ਪੂਰੀ ਹੋ ਗਈ, ਪਰ ਰੱਬ ਦੇ ਨਾਮ ਦਾ ਰਸ ਨਹੀਂ ਆਇਆ। ਮਹਾਰਾਜ ਕਹਿਣ ਲੱਗੇ ਰਸ ਨਹੀਂ ਆਉਂਦਾ ਉਹਨਾਂ ਨੂੰ। ਹਾਂਜੀ। ਤੀਰਥ ਦਾਨ ਬਰਤ ਜੇ ਕਰਹੀ। ਬੜੇ ਬੜੇ ਤੀਰਥਾਂ ਤੇ ਜਾਂਦੇ ਆ। ਹਾਂਜੀ। ਇੱਕ ਸਿੰਘ ਮੈਨੂੰ ਕਹਿੰਦਾ ਮੈਂ ਹੇਮਕੁੰਟ ਸਾਹਿਬ ਜਾਂਦਾ ਹਰ ਸਾਲ, ਦੁਕਾਨ ਵਧੀਆ ਚੱਲਦੀ ਹੈ। ਗੱਜ ਕੇ ਆਖੋ ਵਾਹਿਗੁਰੂ। ਕਹਿੰਦਾ ਜਪ ਤਪ ਹੋ ਜਾਂਦਾ, ਦੁਕਾਨ ਵਧੀਆ ਚੱਲਦੀ। ਬਸ ਉਹਨੂੰ ਦੁਕਾਨ ਹੀ ਵਧੀਆ ਚੱਲੇਗੀ, ਕਲਗੀਧਰ ਦੇ ਦਰਸ਼ਨ ਨਹੀਂ ਹੋਣੇ ਉਹਨੂੰ ਜੀ। ਹਾਂਜੀ। ਮਹਾਰਾਜ ਕਹਿੰਦੇ ਤੀਰਥਾਂ ਤੇ ਵੀ ਜਾਂਦੇ, ਦਾਨ ਵੀ ਕਰਦੇ, ਵਰਤ ਵੀ ਰੱਖਦੇ। ਹਾਂਜੀ। ਫਲ ਹੋਏ ਅਮੁਕ ਕਾਮਨਾ ਧਰਹੀ। ਮਹਾਰਾਜ ਕਹਿੰਦੇ ਉਹ ਕਾਮਨਾ ਧਰਦੇ ਆ, ਇੱਛਾ ਰੱਖਦੇ ਆ ਪਿੱਛੇ ਸਾਡਾ ਇਹ ਕੰਮ ਹੋਣਾ ਚਾਹੀਦਾ। ਰੱਬ ਉਹਨਾਂ ਨੂੰ ਉਹਨਾਂ ਦੀ ਇੱਛਾ ਪੂਰੀ ਕਰ ਦਿੰਦਾ ਜੀ। ਹਾਂਜੀ। ਤਿੰਨ ਪਰ ਧਰਮ ਰਾਏ ਕੋ ਡੰਡ। ਨਰਕ ਸਜਾਈ ਲਹੈ ਪ੍ਰਚੰਡ। ਪਰ ਚੇਤਾ ਰੱਖਿਓ ਇਹ ਗੁਰੂ ਅਰਜਨ ਸਾਹਿਬ ਕਹਿ ਰਹੇ ਜੇ। ਆਖੋ ਸਾਰੇ ਵਾਹਿਗੁਰੂ। ਵਾਹਿਗੁਰੂ। ਇੱਛਾ ਰੱਖ ਕੇ ਕੀਤਾ, ਇੱਛਾ ਪੂਰੀ ਹੋ ਗਈ। ਮਹਾਰਾਜ ਕਹਿਣ ਲੱਗੇ ਪਰ ਉਹਨਾਂ ਨੂੰ ਧਰਮ ਰਾਜੇ ਦਾ ਦੰਡ ਮਿਲਦਾ ਹੈ। ਕਈ ਵਾਰੀ ਨਰਕਾਂ ਦੀ ਵੀ ਸਜ਼ਾ ਮਿਲਦੀ ਜੀ। ਵੇਖੋ ਨਾ ਜੀ, ਜਿੰਨੇ ਕੁ ਪੈਸੇ ਕਮਾਏ ਖਾ ਲਏ ਜੀ, ਜਿੰਨੇ ਕੁ ਕਮਾਏ ਉਹਨੇ ਕੁ ਖਾ ਲਏ ਜੀ, ਜੋੜਿਆ ਕੁਝ ਵੀ ਨਾ। ਤੇ ਜਦੋਂ ਟੋਲ ਟੈਕਸ ਤੇ ਜਾਣਾ ਉੱਥੇ ਤਾਂ ਦੇਣੇ ਪੈਣੇ ਨਾ ਜੀ। ਫਿਰ ਕੀ ਬਣੇਗਾ ਜੀ। ਪੁੰਨ ਪਾਪ ਫਲ ਭੋਗੈ ਨਿਆਰੇ। ਕਬ ਸੁਖ ਕਬ ਦੁਖ ਲਹੈ ਵਿਚਾਰੇ। ਇਹੋ ਜਿਹੇ ਬੰਦੇ ਪਾਪਾਂ ਦੇ ਫਲ ਵੀ ਭੋਗਦੇ ਤੇ ਪੁੰਨਾਂ ਦੇ ਵੀ ਭੋਗਦੇ ਜੀ। ਕਦੀ ਸੁੱਖ ਹੁੰਦਾ ਰਹਿੰਦਾ, ਕਦੀ ਦੁੱਖ ਹੁੰਦਾ ਰਹਿੰਦਾ ਜੀ। ਹਾਂਜੀ। ਇੱਕ ਨਿਸ਼ਕਾਮ ਕਰਮ ਸ਼ੁਭ ਕਰੈ। ਹੁਣ ਮਹਾਰਾਜ ਕਹਿੰਦੇ ਦੂਸਰੇ ਤਰ੍ਹਾਂ ਦੇ ਸੁਣੋ। ਉਹ ਪੁਰਸ਼ ਜਿਹੜੇ ਨਾਮ ਜਪਦੇ, ਇੱਛਾ ਨਹੀਂ ਕੋਈ ਰੱਖਦੇ ਜੀ। ਗੁਰੂ ਦੀ ਸੇਵਾ ਕਰਦੇ, ਇੱਛਾ ਨਹੀਂ ਕੋਈ ਰੱਖਦੇ। 9ਵੇਂ ਪਾਤਸ਼ਾਹ ਦੀ ਸਾਖੀ ਸੁਣੀ, ਭਾਈ ਮੇਹਾ ਜੀ ਦਾ ਪ੍ਰਸੰਗ ਤੁਸਾਂ ਨੇ ਸੁਣਿਆ। ਭਾਈ ਮੇਹਾ ਜੀ ਨੇ ਇੱਛਾ ਨਹੀਂ ਕੋਈ ਰੱਖੀ, ਬ੍ਰਹਮ ਗਿਆਨੀ ਬਣੇ ਜੀ ਫਿਰਦੀ ਉਹ। ਇੱਛਾ ਨਹੀਂ ਕੋਈ ਰੱਖੀ ਦੀ। ਹੁਣ ਅਸੀਂ ਸੰਸਾਰੀ ਜੀਵ ਹਾਂ, ਸਾਡੀ ਕੋਈ ਨਾ ਕੋਈ ਲੋੜ ਹੈਗੀ, ਮੰਗ ਹੈਗੀ ਜੀ। ਉਹ ਮਹਾਂਪੁਰਖ ਬਾਬੇ ਬਰਿਆਰਾਂ ਵਾਲੇ ਖੁਸ਼ ਹੋ ਜਾਣਾ ਜੀ, ਸਿੰਘਾਂ ਨੂੰ ਕਹਿਣਾ ਸਿੰਘੋ ਕੁਝ ਮੰਗ ਲਓ। ਪਰ ਪਹਿਲਾਂ ਉਹਨਾਂ ਕਥਾ ਸੁਣਾ ਦੇਣੀ ਜੀ। ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ। ਇਹਦਾ ਅਰਥ ਹੈ ਰੱਬਾ ਤੇਰੇ ਤੋਂ ਬਗੈਰ ਜੇ ਕੁਝ ਹੋਰ ਮੰਗੀਏ ਤੇ ਦੁੱਖ ਹੀ ਹੈ ਜੀ। ਸਿੰਘ ਕਹਿੰਦੇ ਮਹਾਂਪੁਰਖੋ ਜਾਂ ਤੇ ਕਥਾ ਨਾ ਸੁਣਾਇਆ ਕਰੋ ਤੇ ਜਾਂ ਨਾ ਆਖਿਆ ਕਰੋ ਵੀ ਜੋ ਮੰਗਣਾ ਮੰਗ ਲਓ। ਕਿਉਂ ਨਾਮ ਮੰਗਣ ਵਾਲਾ ਤੇ ਫਿਰ ਕੋਈ ਵਿਰਲਾ ਹੀ ਹੈਗਾ ਨਾ ਜੀ।
ਮਹਾਰਾਜ ਕਹਿੰਦੇ ਦੂਜੇ ਉਹ ਹਨ, ਫਿਰ ਪੜ੍ਹ ਦਿਓ। ਇੱਕ ਨਿਸ਼ਕਾਮ ਕਰਮ ਸ਼ੁਭ ਕਰੈ। ਨਿਸ਼ਕਾਮ ਹੋ ਕੇ ਸ਼ੁਭ ਕੰਮ ਕਰਦੇ, ਚੰਗੇ ਕੰਮ ਕਰਦੇ, ਇੱਛਾ ਨਹੀਂ ਹੁੰਦੀ ਪਿੱਛੇ ਕੋਈ, ਮੰਗ ਨਹੀਂ ਹੁੰਦੀ ਕੋਈ ਪਿੱਛੇ। ਧਰਮ ਕਰਤ ਪ੍ਰਸੰਨਤਾ ਧਰੈ। ਧਰਮ ਦੇ ਕੰਮ ਕਰਦੇ ਬੜੇ ਖੁਸ਼ ਹੁੰਦੇ, ਰੱਬ ਦਾ ਸ਼ੁਕਰ ਕਰਦੇ ਆ, ਸਾਡੇ ਕੋਲੋਂ ਧਰਮ ਦਾ ਕੰਮ ਹੋ ਗਿਆ, ਹੇ ਰੱਬਾ ਤੇਰਾ ਸ਼ੁਕਰ ਹੈ ਕਥਾ ਸੁਣਨ ਨੂੰ ਮਿਲ ਗਈ। ਇੱਛਾ ਨਹੀਂ ਕੋਈ ਰੱਖੀ ਦੀ। ਹਾਂਜੀ। ਪਾਪ ਅਚਾਨਕ ਜੇ ਹੋਏ ਜਾਏ। ਹੁਣ ਉਹਨਾਂ ਕੋਲੋਂ ਜੇ ਅਚਾਨਕ ਪਾਪ ਵੀ ਹੋ ਜਾਏ ਜੀ, ਧਿਆਨ ਨਾਲ ਸੁਣਿਓ, ਨਾਮ ਜਪਦੇ ਇੱਛਾ ਨਹੀਂ ਕੋਈ ਹੈਗੀ। ਇਹੋ ਜਿਹੇ ਬੰਦਿਆਂ ਕੋਲੋਂ, ਅਜਿਹੇ ਪੁਰਸ਼ਾਂ ਕੋਲੋਂ ਜੇ ਸੁੱਤੇ ਸਿੱਧ ਕੋਈ ਪਾਪ ਹੋ ਜਾਏ, ਤਿੰਨ ਕੋ ਲੇਖਾ ਕਰ ਇੱਕ ਥਾਏ। ਉਹਨਾਂ ਦਾ ਲੇਖਾ ਇੱਕ ਥਾਂ ਕਰਕੇ, ਹਾਂਜੀ, ਅਗ ਵਿਆੜ ਕਰ ਪੁਨ ਜੋ ਸ਼ੇਖ। ਹਾਂਜੀ। ਤਿੰਨ ਕੋ ਭੋਗਤ ਆਨੰਦ ਵਿਸ਼ੇਸ਼। ਗੱਜ ਕੇ ਆਖੋ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਉਹਨਾਂ ਨੂੰ ਪਾਪਾਂ ਨੂੰ ਇਕੱਠਿਆਂ ਕਰ ਲੈਂਦੇ, ਤੇ ਪੁੰਨ ਜਿਹੜੇ ਉਹਨਾਂ ਕੀਤੇ ਹੁੰਦੇ ਆ ਉਹ ਉਹਨਾਂ ਦੇ ਵਿਆਜ ਰੂਪ ਵਿੱਚ ਕਰਕੇ, ਤੇ ਨਾ ਉਹਨਾਂ ਨੂੰ ਪੁੰਨ ਦਾ ਹੀ ਲੱਗਦਾ ਨਾ ਪਾਪ ਦਾ ਹੀ ਲੱਗਦਾ, ਉਹ ਆਨੰਦ 'ਚ ਹੀ ਰਹਿੰਦੇ ਆ। ਗੱਲ ਫਿਰ ਧਿਆਨ ਨਾਲ ਸਮਝ ਲਿਓ, ਸੌਖੀ ਸਮਝ ਆ ਜਾਏਗੀ। ਉਹਨਾਂ ਕੋਲੋਂ ਪਾਪ ਹੋ ਗਿਆ ਜੀ ਨਾਮ ਜਪਣ ਵਾਲੇ ਕੋਲੋਂ, ਪਰ ਉਹਨੇ ਨਾਮ ਜਿੰਨਾ ਜਪਿਆ ਸੀ ਉਹ ਜਮਾ ਹੁੰਦਾ ਗਿਆ ਜੀ। ਵਾਹਿਗੁਰੂ ਵਾਹਿਗੁਰੂ 1 ਘੰਟਾ ਕੀਤਾ, ਮੰਗ ਨਹੀਂ ਹੈਗੀ ਪਿੱਛੇ ਕੋਈ, ਉਹਦਾ ਜਮਾ ਹੋ ਗਿਆ ਜੀ, ਉਹਨੇ ਖਰਚਿਆ ਨਹੀਂ ਜੀ। ਹਾਂਜੀ, ਉਹਨੂੰ ਆਨੰਦ ਬਣਿਆ ਜੀ। ਪਾਪ ਹੋ ਗਿਆ, ਹੁਣ ਕੀ ਬਣੇ ਜੀ? ਪਾਪ ਦਾ ਫਲ ਤੇ ਦੁੱਖ ਹੈਗਾ। ਤੇ ਫਿਰ ਕੀ ਹੁੰਦਾ ਜੀ? ਉਹ ਜਿਹੜਾ ਜਮਾ ਹੋਇਆ ਪੁੰਨ ਹੈ ਨਾ ਜੀ, ਉਹ ਫਿਰ ਥੋੜਾ ਜਿਹਾ ਕੱਟਿਆ ਜਾਂਦਾ, ਪਾਪ ਕਰਮ ਕੱਟਿਆ ਜਾਂਦਾ, ਉਹਦੇ ਆਨੰਦ 'ਚ ਫਰਕ ਨਹੀਂ ਪੈਂਦਾ ਜੀ। ਉਹ ਬਾਹਰੋਂ ਬਾਹਰ ਹੀ ਹੋਈ ਜਾਂਦਾ ਸਾਰਾ ਕੁਛ ਜੀ। ਹਾਂਜੀ। ਜੇ ਅਗ ਅਧਿਕ ਹੋਏ ਤਿਸ ਕੇਰੇ। ਜੇ ਕਿਤੇ ਪਾਪ ਜ਼ਿਆਦਾ ਹੋ ਜੇ ਜਾਂ ਜ਼ਿਆਦਾ ਵੱਡਾ ਹੋ ਜੇ, ਮਹਾਰਾਜ ਕਹਿਣ ਲੱਗੇ, ਹਾਂਜੀ, ਪੁੰਨ ਵਿਆੜ ਅਗ ਤੇ ਦੁਖ ਹੇਰੇ। ਗੱਜ ਕੇ ਆਖੋ। ਤੇ ਮਹਾਰਾਜ ਕਹਿੰਦੇ ਪਾਪਾਂ ਨਾਲ ਪੁੰਨ ਪੂਰੇ ਕਰਕੇ ਜਿਹੜੇ ਪਾਪ ਬਾਕੀ ਰਹਿ ਜਾਂਦੇ ਆ, ਹਾਂਜੀ, ਤਿੰਨ ਕੇ ਪੁੰਨ ਹੋ ਹੈ ਬਲਵਾਨ। ਹਾਂਜੀ। ਪਾਪ ਨਿਹਬਲ ਹੋਵੈ ਅਸ ਨਰ ਜਾਨ। ਫਿਰ ਵੀ ਮਹਾਰਾਜ ਕਹਿੰਦੇ ਨਾਮ ਦੇ ਪੁੰਨ ਹੀ ਜ਼ਿਆਦਾ ਬਲਵਾਨ ਹੁੰਦੇ ਆ। ਜਦੋਂ ਇਕੱਠੇ ਕੀਤੇ ਜਾਂਦੇ ਆ, ਉਹਨਾਂ ਦੇ ਪੁੰਨ ਬਲਵਾਨ ਹੁੰਦੇ, ਤਾਂ ਵੀ ਉਹਨਾਂ ਨੂੰ ਦੁੱਖ ਨਹੀਂ ਮਿਲਦਾ। ਕਹਿਣ ਲੱਗੇ ਤੇ ਕਿੰਨਾ ਚੰਗਾ ਵੀ ਜੇ ਘੜੀ ਲਾਉਣੀ ਵੀ ਹੈ ਤੇ ਮੰਗ ਰੱਖੇ ਹੀ ਨਾ ਬੰਦਾ ਜੀ। ਮਤਲਬ ਸੌਖੀ ਗੱਲ ਜੀ। ਸਿਆਣਾ ਪੁੱਤ ਕਮਾਈ ਕਰੇ, ਸਿਆਣਾ ਪੁੱਤ ਕਮਾਈ ਕਰੇ ਤੇ ਬਾਪੂ ਨੂੰ ਫੜਾ ਦੇ ਜੀ। ਜਦੋਂ ਸਿਆਣਾ ਪੁੱਤ ਬਾਪ ਨੂੰ ਫੜਾਏਗਾ ਤੇ ਬਾਪ ਨੇ ਆਪਣੀ ਵੀ ਵਿੱਚ ਰਲਾ ਦੇਣੀ ਜੀ। ਹਾਂਜੀ, ਤੇ ਵਰਤਣੀ ਤੇ ਫਿਰ ਪੁੱਤ ਨਹੀਂ ਹੈ ਨਾ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਮੰਨ ਲਓ 1.25 ਲੱਖ ਮੂਲ ਮੰਤਰ ਕਰ ਲਿਆ ਜੀ। ਇਹ ਨਾ ਆਖੇ ਮਹਾਰਾਜ ਮੈਂ ਹੁਣ 1.25 ਲੱਖ ਕੀਤਾ ਤੇ ਇਹਦੇ ਬਦਲੇ ਮੈਨੂੰ ਇਹ ਚਾਹੀਦਾ। ਨਹੀਂ ਮਹਾਰਾਜ, ਤੁਸੀਂ ਕਰਾਇਆ, ਤੁਹਾਡੇ ਚਰਨਾਂ 'ਚ ਹਾਜ਼ਰ ਹੈ। ਹਾਂਜੀ, ਉਹ ਮਹਾਰਾਜ ਦੇ ਚਰਨਾਂ 'ਚ ਹਾਜ਼ਰ ਕਰਤਾ, ਮਹਾਰਾਜ ਦੀ ਕਮਾਈ ਨਾਲ ਰਲ ਗਿਆ ਜੀ ਉਹ ਜੀ। ਤੇ ਵਰਤਣਾ ਤੇ ਫਿਰ ਬੰਦੇ ਨਹੀਂ ਹੈ ਨਾ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ। ਤ੍ਰਿਤੀਏ ਅਹੈ ਉਪਾਸਕ ਜੋਏ। ਮਹਾਰਾਜ ਕਹਿੰਦੇ ਤੀਜੇ ਸੁਣ ਲਓ, ਤੀਜੇ ਸੁਣ ਲਓ। ਹਾਂਜੀ। ਭਗਤ ਪਰਾਇਣ ਮਨ ਹੋਏ ਸੋਏ। ਜਿਨ੍ਹਾਂ ਦਾ ਮਨ ਸਦਾ ਭਗਤੀ ਦੇ ਵਿੱਚ ਹੀ ਪਰੋਤਿਆ ਰਹਿੰਦੇ ਆ, ਸਦਾ ਭਗਤੀ 'ਚ ਹੀ ਲੀਨ ਰਹਿੰਦੇ ਆ। ਪਾਪ ਨਹੀਂ ਠਾਨੈ ਸੋ ਜਾਨ। ਹਵੈ ਜੇ ਕਦਾਚਿਤ ਅਗ ਅਨਜਾਨ। ਉਹ ਪਾਪ ਕਰਦੇ ਹੀ ਨਹੀਂ। ਮਹਾਰਾਜ ਕਹਿਣ ਲੱਗੇ ਪਾਪ ਨਹੀਂ ਉਹ ਕਰਦੇ, ਪਰ ਬੰਦਾ ਭੁੱਲਣਾ ਆ ਰਿਹਾ ਜੀ। ਮਹਾਰਾਜ ਕਹਿੰਦੇ ਜੇ ਕਿਤੇ ਕਦਾਚਿਤ, ਕਦੀ ਕਿਤੇ ਪਾਪ ਉਹਨਾਂ ਕੋਲੋਂ ਹੋ ਵੀ ਜਾਵੇ ਜੀ, ਚੇਤਾ ਰੱਖੋ ਇੱਥੇ ਕਦੀ ਕਿਤੇ ਪਾਪ ਹੋਣ ਵਾਲੀ ਗੱਲ ਹੈ। ਬੰਦਾ ਰੋਜ਼ ਹੀ ਪਾਪਾਂ 'ਚ ਫਸਿਆ ਹੁੰਦਾ ਜੀ। ਆਪਣੀ ਅਸੀਂ ਗੱਲ ਕਰ ਲਈਏ। ਰੁਚ ਕਰ ਧਰਮ ਕਰੈ ਹਰ ਖਾਏ। ਮਹਾਰਾਜ ਕਹਿੰਦੇ ਕਦੀ ਕਿਤੇ ਪਾਪ ਹੋ ਗਿਆ, ਪਰ ਜਦੋਂ ਕਿਤੇ ਧਰਮ ਦਾ ਕੰਮ ਕਰਦਾ, ਬੜੇ ਧਿਆਨ ਨਾਲ ਕਰਦਾ, ਬੜੀ ਰੁਚੀ ਨਾਲ ਕਰਦਾ,
ਹਾਂਜੀ, ਅਗ ਕੋ ਵਿਆੜ ਸਦਾ ਸੁਖ ਪਾਏ। ਗੱਜ ਕੇ ਆਖੋ, ਫਿਰ ਆਖੋ। ਅਗ ਕੋ ਵਿਆੜ ਸਦਾ ਸੁਖ ਪਾਏ। ਮਹਾਰਾਜ ਕਹਿੰਦੇ ਫਿਰ ਉਹ ਜਿਹੜੇ ਧਰਮ ਦੇ ਕੰਮ ਰੁਚੀ ਨਾਲ ਕਰਦਾ ਹੈ ਨਾ, ਮਹਾਰਾਜ ਕਹਿੰਦੇ ਉਹਨਾਂ ਦਾ ਪੱਲਾ ਭਾਰੀ ਹੁੰਦਾ ਹੈ। ਇਸ ਕਰਕੇ ਪਾਪ ਉਹਦਾ ਜਿਹੜਾ ਕਦੀ ਕਦਾਏ ਹੁੰਦਾ, ਕਿਸੇ ਗਿਣਤੀ 'ਚ ਨਹੀਂ ਹੁੰਦਾ ਜੀ, ਕਿਸੇ ਗਿਣਤੀ 'ਚ ਨਹੀਂ ਹੁੰਦਾ ਜੀ। ਹਾਂਜੀ, ਰਹੈ ਨਿਕਟ ਵਰਤੀ ਪ੍ਰਭ ਕੇਰੇ। ਹਾਂਜੀ। ਜਨਮ ਮਰਨ ਕੇ ਪਰਹੈ ਫੇਰੇ। ਜਨਮ ਮਰਨ ਕੇ ਪਰਹਰ ਫੇਰੇ। ਗੱਜ ਕੇ ਆਖੋ, ਵਾਹਿਗੁਰੂ। ਐਸੇ ਪੁਰਸ਼ ਜਿਹੜੇ ਸਦਾ ਹੀ ਨਾਮ ਦੇ ਰੰਗ 'ਚ ਰੱਤੇ ਰਹਿੰਦੇ ਆ, ਮਹਾਰਾਜ ਕਹਿੰਦੇ ਉਹ ਫਿਰ ਰੱਬ ਦੇ ਕੋਲ ਹੀ ਰਹਿੰਦੇ ਆ ਤੇ ਜਨਮ ਮਰਨ ਦਾ ਚੱਕਰ ਨਹੀਂ ਪੈਂਦਾ ਜੀ। ਹੁਣ ਸੰਗਤ ਜੀ ਸੱਚੀ ਗੱਲ ਇਮਾਨਦਾਰੀ ਨਾਲ ਸੋਚ ਲਈਏ, ਆਪਣੇ ਚੋਂ ਤੇ ਕੋਈ ਵਿਰਲਾ ਭਾਗਾਂ ਵਾਲਾ ਹੀ ਹੋਏਗਾ ਜਿਹੜਾ ਸਦਾ ਹੀ ਨਾਮ ਦੇ ਰੰਗ 'ਚ ਰੰਗਿਆ ਰਵੇ ਜੀ। ਹਾਂਜੀ, ਸਦਾ ਹੀ ਨਾਮ ਦੇ ਰੰਗ 'ਚ ਰੰਗਿਆ ਰਵੇ ਜੀ। ਸੰਤ ਬਾਬਾ ਅਤਰ ਸਿੰਘ ਜੀ ਦੇ ਜੀਵਨ ਦੀ ਘਟਨਾ, ਮਹਾਂਪੁਰਖ ਹਜੂਰ ਸਾਹਿਬ ਜਾ ਰਹੇ, ਲੱਕ ਨਾਲ ਜਿਹੜਾ ਕਮਰ ਕੱਸਾ ਹੁੰਦਾ, ਕਿਸੇ ਨੇ ਉਹਦੇ 'ਚ ਮਾਇਆ ਬੰਨ੍ਹ ਕੇ ਰੱਖਤੀ ਦੀ ਪੋਟਲੀ। ਹਾਂਜੀ, ਵੀ ਕੰਮ ਆ ਜਾਏਗੀ। ਮਹਾਂਪੁਰਖ ਜਦੋਂ ਪਹੁੰਚੇ ਜੰਗਲ 'ਚ, ਇੱਕ ਝਿੜੀ 'ਚ, ਇੱਕ ਰੁੱਖ ਦੀ ਜੜ੍ਹ ਦੇ ਲਾਗੇ ਉਹ ਪੋਟਲੀ ਨੱਪ ਦਿੱਤੀ ਜੀ। 8-9 ਘੰਟੇ ਰੋਜ਼ ਚੌਂਕੜਾ ਮਾਰ ਕੇ ਭਜਨ ਕਰਨਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੱਕਦਮ ਉੱਠੇ, ਹਾਂਜੀ, ਤੇ ਉਹ ਕੱਢਿਆ ਜੀ ਜੜ ਵਿੱਚੋਂ ਥੱਲੋਂ ਪੋਟਲੀ, ਵਗਾ ਕੇ ਦਰਿਆ 'ਚ ਮਾਰੀ ਜੀ। ਪੁੱਛਿਆ ਕਿਉਂ? ਕਹਿੰਦੇ ਜਦੋਂ ਮੈਂ ਸਿਮਰਨ ਕਰਨ ਲੱਗਦਾ ਹਾਂ ਨਾ, ਵਿੱਚ ਵਿੱਚ ਅੱਗੇ ਪੋਟਲੀ ਆ ਜਾਂਦੀ ਸੀਗੀ ਵੀ ਪੈਸੇ ਪਏ ਆ ਉੱਥੇ। ਹੁਣ ਤੁਸੀਂ ਅੰਦਾਜ਼ਾ ਲਾਓ ਵੀ ਵਿੱਚ ਵਿੱਚ ਧਿਆਨ 'ਚ ਪੋਟਲੀ ਆਉਂਦੀ, ਉਹਨਾਂ ਭਵਾ ਕੇ ਦਰਿਆ 'ਚ ਮਾਰ ਦਿੱਤੀ ਜੀ। ਹਾਂਜੀ, ਤੇ ਆਪਾਂ ਤਾਂ ਰਹਿੰਦੇ ਪੋਟਲੀਆਂ 'ਚ ਘਿਰੇ ਆ ਜੀ, ਤੇ ਕਿਵੇਂ ਗੱਲ ਬਣੇਗੀ ਜੀ? ਬੰਦਾ ਤਾਂ ਰਹਿੰਦਾ ਹੀ ਪੋਟਲੀਆਂ 'ਚ ਘਿਰਿਆ ਜੀ। ਪੈਸਾ ਪਾਠ ਹੀ ਚੱਲਦਾ ਜੀ ਬਹੁਤਾ ਜੀ, ਸੁਰਤ ਟਿਕਦੀ ਨਹੀਂ, ਟਿਕਦੀ ਨਹੀਂ। ਮਹਾਰਾਜ ਕਹਿੰਦੇ ਜਿਹੜੇ ਸਦਾ ਹੀ ਨਾਮ ਦੇ ਰਸ 'ਚ ਪਰੋਏ ਹੀ ਰਹਿੰਦੇ, ਜਪਦੇ ਹੀ ਰਹਿੰਦੇ, ਜਪਦੇ ਹੀ ਰਹਿੰਦੇ, ਵਾਹਿਗੁਰੂ ਨੂੰ ਨੇੜੇ ਹੀ ਸਮਝਦੇ ਆ, ਉਹਨਾਂ ਉੱਤੇ ਪਾਪ ਦਾ ਅਸਰ ਨਹੀਂ ਹੁੰਦਾ। ਉਹ ਜਿਹੜੇ ਧਰਮ ਦੇ ਕੰਮ ਕਰਦੇ ਨਾ, ਪਾਪ ਦੇ ਕਰਮ, ਉਹ ਸਭ ਮਹਾਰਾਜ ਕਹਿੰਦੇ ਕੱਟੇ ਵੱਢੇ ਜਾਂਦੇ, ਹਿਸਾਬ ਕਿਤਾਬ ਬਰਾਬਰ ਹੋ ਜਾਂਦਾ ਜੀ ਉਹਨਾਂ ਦਾ, ਤੇ ਜਨਮ ਮਰਨ ਫਿਰ ਉਹਨਾਂ ਦਾ ਕੱਟਿਆ ਜਾਂਦਾ ਜੀ। ਹਾਂਜੀ, ਪਰਾ ਲਬਧ ਬਸ ਤੇ ਜੇ ਜਨਮੇ। ਭਗਤ ਕਰਤ ਗਿਆਨੀ ਹੋਏ ਮਨ ਮੈਂ। ਜੇ ਕਿਤੇ ਜਨਮ ਮਿਲ ਜੇ ਉਹਨਾਂ ਨੂੰ, ਪਰਾ ਲਬਧੀ ਹੋਏਗੀ, ਚੰਗੇ ਕਰਮ ਕੀਤੇ ਭੋਗਣ ਵਾਸਤੇ ਆਉਣਗੇ। ਫਿਰ ਵੀ ਮਹਾਰਾਜ ਕਹਿਣ ਲੱਗੇ ਉਹ ਭਗਤੀ ਕਰਦੇ ਰਹਿੰਦੇ ਤੇ ਗਿਆਨੀ ਹੁੰਦੇ। ਮਹਾਰਾਜ ਕਹਿੰਦੇ ਐਸੇ ਪੁਰਸ਼ ਹੈ। ਜਨਮ ਮਰਨ ਕੇ ਬੰਧਨ ਹਾਨੈ। ਨਾ ਜਨਮ ਦਾ ਹੀ ਉਹਨਾਂ ਨੂੰ ਬੰਧਨ ਹੁੰਦਾ, ਨਾ ਮਰਨ ਦਾ ਹੀ ਹੁੰਦਾ ਜੀ। ਹਾਂਜੀ, ਪਦ ਨਿਰਵਾਣ ਮਿਲਹਿ ਤਤ ਜਾਣੈ। ਤੇ ਫਿਰ ਨਿਰਵਾਣ ਪਦ ਦੀ ਪ੍ਰਾਪਤੀ ਹੁੰਦੀ, ਨਿਰਵਾਣ ਪਦਵੀ ਦੀ ਪ੍ਰਾਪਤੀ ਹੁੰਦੀ ਜੀ। ਹਾਂਜੀ, ਇੱਕ ਸਹਿਕਰਮੀ ਭਗਤ ਜੇ ਹੋਏ, ਤਨ ਤਜ ਸੁਰਗ ਭੋਗ ਕਰ ਸੋਏ। ਗੱਜ ਕੇ ਆਖੋ। ਮਹਾਰਾਜ ਕਹਿੰਦੇ ਜਿਹੜੇ ਕਾਮਨਾ ਰੱਖ ਕੇ ਭਗਤੀ ਕਰਦੇ ਨਾ, ਸਰੀਰ ਛੱਡ ਕੇ ਸਵਰਗਾਂ ਨੂੰ ਭੋਗਦੇ ਆ ਉਹ। ਹਾਂਜੀ, ਬਾਹਰ ਧਨੀ ਕੇ ਗ੍ਰਹਿ ਤਨ ਧਾਰੈ। ਫਿਰ ਕਿਸੇ ਅਮੀਰ ਬੰਦੇ ਦੇ ਘਰ ਪੈਦਾ ਹੁੰਦੇ। ਮਹਾਰਾਜ ਕਹਿੰਦੇ ਫਿਰ ਕਿਸੇ ਅਮੀਰ ਬੰਦੇ ਦੇ ਘਰ, ਕਿਉਂ? ਕਾਮਨਾ ਕਰਕੇ ਭਗਤੀ ਕੀਤੀ ਜੀ, ਸੁੱਖ ਤੇ ਉਹਦੇ ਮਿਲਣੇ ਹੀ ਆ ਜੀ। ਸਤ ਸੰਗਤ ਮਿਲ ਜਨਮ ਸੁਧਾਰੈ। ਅਮੀਰ ਬੰਦੇ ਦੇ ਘਰ ਪੈਦਾ ਹੁੰਦੇ, ਜੇ ਸਤ ਸੰਗ ਮਿਲ ਜਾਵੇ ਜਨਮ ਸੁਧਾਰ ਲੈਣਗੇ। ਵੈਸੇ ਜਿਹਨੇ ਪਿਛਲੇ ਜਨਮ 'ਚ ਭਗਤੀ ਕੀਤੀ ਹੈ, ਇਸ ਜਨਮ 'ਚ ਉਹਨੂੰ ਸਤ ਸੰਗ ਜ਼ਰੂਰ ਮਿਲੇਗੀ ਜੀ, ਚੇਤਾ ਰੱਖਿਓ। ਮਹਾਰਾਜ ਕਹਿ ਰਹੇ ਪਿਛਲੇ ਜਨਮਾਂ 'ਚ ਭਗਤੀ ਭਾਵੇਂ ਕਾਮਨਾ ਨਾਲ ਹੀ ਕੀਤੀ, ਇੱਛਾ ਰੱਖ ਕੇ ਕੀਤੀ, ਮੰਗ ਰੱਖ ਕੇ ਕੀਤੀ ਹੈ, ਉਹਨੂੰ ਵੀ ਸੰਗਤ ਜ਼ਰੂਰ ਮਿਲੇਗੀ, ਭਾਵੇਂ ਅਗਲੇ ਜਨਮ 'ਚ ਮਿਲੇ ਜੀ। ਮੁਕਤ ਲਹੈ ਬੰਧਨ ਕੋ ਤਿਆਗੈ। ਮਹਾਰਾਜ ਕਹਿੰਦੇ ਕੋਈ ਨਹੀਂ, ਫਿਰ ਭਗਤੀ ਕਰਕੇ ਮੁਕਤ ਹੋ ਜਾਏਗਾ।
ਹਾਂਜੀ ਇੱਕ ਨਿਸ਼ਕਾਮ ਭਗਤ ਅਨੁਰਾਗੈ ਹਾਂਜੀ। ਪਰਾ ਲਬਦ ਬਸ ਜਨਮ ਜੇ ਧਰਤੇ। ਮਹਾਰਾਜ ਕਹਿਣ ਲੱਗੇ ਫਿਰ ਇੱਕ ਜਿਹੜੇ ਨਿਸ਼ਕਾਮ ਹੀ ਭਗਤੀ ਕਰਦੇ, ਮੰਗ ਕੋਈ ਨਹੀਂ ਹੈਗੀ ਉਹਨਾਂ ਦੀ, ਉਹਨਾਂ ਨੂੰ ਜਨਮ ਮਿਲਦਾ ਪਰਾਲਬਧ ਕਰਕੇ ਜੀ। ਰੱਜ ਕੇ ਆਖੋ, ਬੜੀ ਉੱਚੀ ਕੁੱਲ 'ਚ ਜਨਮ ਮਿਲ ਜਾਂਦਾ, ਗੁਰੂ ਕੁੱਲ 'ਚ ਜਨਮ ਮਿਲਿਆ ਕਈਆਂ ਨੂੰ ਜੀ। ਸੰਤਨ ਕੇ ਘਰ ਮਹਿ ਅਵਤ੍ਰਿਤੇ। ਮਹਾਰਾਜ ਕਹਿੰਦੇ ਉਹ ਤੇ ਸੰਤਾਂ ਦੇ ਘਰ ਪੈਦਾ ਹੁੰਦੇ ਫਿਰ ਜੀ। ਕਾਮਨਾ ਰੱਖਣ ਵਾਲੇ ਅਮੀਰਾਂ ਘਰ ਪੈਦਾ ਹੁੰਦੇ, ਨਿਸ਼ਕਾਮ ਹੋ ਕੇ ਭਗਤੀ ਕਰਨ ਵਾਲੇ ਜਿਹੜੇ ਉਹ ਸੰਤਾਂ ਦੀ ਔਲਾਦ ਬਣ ਕੇ ਪੈਦਾ ਹੁੰਦੇ ਜੀ। ਹਾਂਜੀ। ਕਰਤ ਭਗਤ ਲਹਿ ਆਤਮ ਗਿਆਨ। ਭਗਤੀ ਕਰਦੇ ਉੱਥੇ ਫਿਰ ਸਹਿਜੇ ਸਹਿਜੇ ਆਤਮ ਗਿਆਨੀ ਬਣ ਜਾਂਦੇ ਜੀ। ਹਾਂਜੀ। ਪ੍ਰਾਪਤ ਹੋਤ ਪੁਨਹ ਨਿਰਵਾਣ। ਉਹਨਾਂ ਨੂੰ ਫਿਰ ਨਿਰਵਾਣ ਪਦਵੀ ਦੀ ਪ੍ਰਾਪਤੀ ਹੋ ਜਾਂਦੀ, ਮਹਾਰਾਜ ਕਹਿੰਦੇ। ਹਾਂਜੀ। ਜਿਮ ਸੌਗਾਤ ਬਾਜ ਕੈ ਬਾਜੀ। ਹਾਂਜੀ। ਇੱਕ ਪਠ ਦੇਤ ਰਹਿਤ ਪੁਨ ਰਾਜੀ। ਹਾਂਜੀ। ਤਥਾ ਭਜਨ ਕਰ ਸੁਖੀ ਰਹੰਤੇ। ਜੇ ਗਿਆਨੀ ਜਗ ਕੂਰ ਲਖੰਤੇ। ਗੱਜ ਕੇ ਆਖੋ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਮ ਸੌਗਾਤ ਬਾਜ ਕੈ ਬਾਜੀ। ਇੱਕ ਪੱਠ ਦੇਤ ਰਹਿਤ ਪੁਨ ਰਾਜੀ। ਸੌਗਾਤੀ ਬੰਦੇ ਜਿਹੜੇ ਕਦੀ ਕਦੀ ਰਾਜੇ ਨੂੰ ਕੁਝ ਦਿੰਦੇ ਆ, ਪਿੱਛੋਂ ਆਨੰਦ 'ਚ ਹੀ ਰਹਿੰਦੇ ਆ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਫਿਰ ਉਹ ਬੰਦੇ ਭਜਨ ਕਰਦੇ ਆ, ਭਜਨ ਕਰਦੇ ਆ, ਜਗਤ ਨੂੰ ਝੂਠ ਸਮਝਦੇ ਆ ਤੇ ਜਗਤ ਦੀਆਂ ਚੀਜ਼ਾਂ ਨਾਲ ਮੋਹ ਨਹੀਂ ਰੱਖਦੇ ਜੀ। ਸਭ ਕੁਝ ਵਾਹਿਗੁਰੂ ਨੂੰ ਸੌਂਪ ਦਿੰਦੇ ਆ। ਹਾਂਜੀ। ਤਨ ਅਰਥ ਕਰਮ ਝੂਠ ਸਭ ਜਾਣੈ। ਹੰਤਾ ਮਮਤਾ ਕਬੋ ਨਾ ਠਾਨੈ। ਕਦੀ ਫਿਰ ਉਹ ਸਰੀਰ ਦੀ ਹਉਮੈ ਨਹੀਂ ਮਹਾਰਾਜ ਕਹਿੰਦੇ ਕਰਦੇ। ਇਹ ਵਿਸ਼ਾ ਅਜੇ ਵੱਡਾ ਹੈ, ਆਪਾਂ ਕੁਝ ਵਿਸ਼ਾ ਕੱਲ ਨੂੰ ਸੁਣ ਲਵਾਂਗੇ। ਗੱਲ ਕੀ ਦੋ ਦਾ ਅੱਜ ਤੁਸੀਂ ਖਾਸ ਜ਼ਿਕਰ ਸੁਣਿਆ। ਇੱਕ ਉਹ ਬੰਦੇ ਮਨ ਵਿੱਚ ਕੋਈ ਇੱਛਾ ਰੱਖ ਕੇ ਵਾਹਿਗੁਰੂ ਦਾ ਭਜਨ ਕਰਦੇ ਆ। ਇੱਕ ਉਹ ਪੁਰਸ਼ ਭਜਨ ਤੇ ਕਰਦੇ ਆ, ਨਾਮ ਜਪਦੇ ਆ, ਬਾਣੀ ਪੜ੍ਹਦੇ ਆ, ਸੇਵਾ ਕਰਦੇ ਆ, ਮੰਗ ਕੋਈ ਨਹੀਂ ਹੁੰਦੀ ਜੀ। ਜਿਹੜੇ ਨਿਸ਼ਕਾਮ ਹੋ ਕੇ ਭਗਤੀ ਕਰਦੇ ਆ, ਭਜਨ ਕਰਦੇ ਆ, ਜਿਹੜੇ ਕਾਮਨਾ ਰੱਖ ਕੇ ਕਰਦੇ ਆ, ਜੋ ਜੋ ਉਹਨਾਂ ਦੀਆਂ ਪ੍ਰਾਪਤੀਆਂ ਨੇ ਉਹ ਤੁਸੀਂ ਸੁਣੀਆਂ ਨੇ ਜੀ। ਪਹਿਲੀ ਗੱਲ ਕੀ ਮਹਾਰਾਜ ਨੇ ਆਖੀ, ਗੱਜ ਕੇ ਆਖੋ ਵਾਹਿਗੁਰੂ। ਸਤਿਗੁਰੂ ਜੀ ਕਿਰਪਾ ਕਰਕੇ ਬਖਸ਼ਿਸ਼ ਕਰਦੇ ਹਨ, ਮਿਹਰ ਕਰਦੇ ਹਨ। ਮਹਾਰਾਜ ਕਹਿੰਦੇ ਆ ਭਾਈ ਜਿਹੜੇ ਤੇ ਕਾਮਨਾ ਰੱਖ ਕੇ ਭਗਤੀ ਕਰਦੇ ਆ, ਕਾਮਨਾ ਪੂਰੀ ਹੁੰਦੀ ਹੈ ਪਰ ਰੱਬ ਦਾ ਪਿਆਰ ਨਹੀਂ ਪੈਦਾ ਹੁੰਦਾ। ਇੱਛਾਵਾਂ ਤੇ ਪੂਰੀਆਂ ਹੁੰਦੀਆਂ, ਨਾਮ ਰਸ ਨਹੀਂ ਆਉਂਦਾ। ਗੱਲ ਅਗਲੇ ਜਨਮਾਂ ਤੱਕ ਪਹੁੰਚ ਜਾਂਦੀ। ਮਹਾਰਾਜ ਕਹਿੰਦੇ ਪਾਪ ਪੁੰਨ ਦੀ ਸਜ਼ਾ ਵੀ ਉਹ ਪਾਉਂਦੇ ਆ। ਜਿਹੜੇ ਸੰਗਤ ਦੀ ਨਿਸ਼ਕਾਮ ਰਹਿ ਕੇ ਭਗਤੀ ਕਰਦੇ, ਭਗਤੀ ਕਰਦੇ, ਅਰਦਾਸ ਕੋਈ ਨਹੀਂ ਕਰਦੇ, ਮੰਗ ਕੋਈ ਨਹੀਂ ਮੰਗਦੇ, ਅੱਠੇ ਪੈਰ ਹੀ ਵਾਹਿਗੁਰੂ ਦੇ ਰੰਗ 'ਚ ਪਰੋਤੇ ਰਹਿੰਦੇ ਆ। ਮਹਾਰਾਜ ਕਹਿੰਦੇ ਉਹ ਉਹਨਾਂ ਨਾਲ ਕੀ ਬਣਦਾ। ਉਹ ਜੇ ਕੋਈ ਪਾਪ ਉਹਨਾਂ ਕੋ ਹੋ ਵੀ ਜਾਂਦਾ ਹੈ ਨਾ, ਤੇ ਜੇ ਕੋਈ ਧਰਮ ਦਾ ਕੰਮ ਕਰਦੇ ਉਹਦੇ ਹਿਸਾਬ 'ਚ ਕੱਟਿਆ ਜਾਂਦਾ, ਦੁੱਖ ਨਹੀਂ ਆਉਂਦਾ। ਕਾਮਨਾ ਰੱਖ ਕੇ ਭਗਤੀ ਕੀਤੀ, ਅਮੀਰ ਦੇ ਘਰ ਪੈਦਾ ਹੋਏਗਾ। ਨਿਸ਼ਕਾਮ ਹੋ ਕੇ ਭਗਤੀ ਕੀਤੀ, ਸੰਤ ਦੇ ਘਰ ਪੈਦਾ ਹੋਏਗਾ ਜੀ। ਤੇ ਤੁਸੀਂ ਵੇਖ ਲਓ ਗੁਰੂ ਸਾਹਿਬ ਦੇ ਘਰਾਂ ਵਿੱਚ ਜਿਹੜੇ ਸਾਹਿਬਜ਼ਾਦੇ ਪੈਦਾ ਹੋਏ, ਬਾਬਾ ਸੂਰਜਮਲ ਜੀ, ਬਾਬਾ ਅਟਲ ਰਾਏ ਜੀ ਦਾ ਕਿੰਨਾ ਜਸ ਹੈ ਜੀ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਿਬਜ਼ਾਦੇ ਜੀ ਨਿਸ਼ਕਾਮ ਹੋ ਕੇ ਪਿਛਲੇ ਜਨਮਾਂ 'ਚ ਭਗਤੀ ਕੀਤੀ ਹੋਏਗੀ, ਗੁਰੂ ਕੁਲ ਵਿੱਚ ਜਨਮ ਲਿਆ ਜੀ ਉਹਨਾਂ ਨੇ ਜੀ। ਨਿਸ਼ਕਾਮ ਹੋ ਕੇ ਭਗਤੀ ਕੀਤੀ ਹੋਏਗੀ। ਸੋ ਮਹਾਰਾਜ ਗਰੀਬ ਨਵਾਜ ਕਿਰਪਾ ਕਰਨ। ਵਿਸ਼ਾ ਜੇ ਲੰਬਾ, ਕੱਲ ਨੂੰ ਸਰਵਣ ਕਰਾਂਗੇ। 2-4 ਮਿੰਟ ਆਪਾਂ ਵੀ ਭਗਤੀ ਕਰ ਲਈਏ ਸਾਰੇ। ਹਾਂਜੀ, ਭਗਤੀ ਤੇ ਬਹੁਤ ਕਰਨੀ ਚਾਹੀਦੀ, ਪਰ ਚਲੋ ਜਿੰਨਾ ਕੁ ਸਮਾਂ ਹੈ ਆਪਾਂ ਵੀ ਕਰ ਲਈਏ। ਨੇਤਰ ਬੰਦ ਕਰ ਲਓ ਸਾਰੇ, ਕੋਈ ਨਾ ਅੱਖਾਂ ਖੋਲੇ। ਹਾਂਜੀ,
ਐ 2-4 ਮਿੰਟ ਜਿਹੜੇ ਸਾਡੇ ਕੋਲ ਨੇ, ਆਵਾਜ਼ ਰਲਾ ਕੇ ਨਾਮ ਜਪਣ ਦਾ ਯਤਨ ਕਰਿਓ। ਸੱਚੀ ਗੱਲ ਹੈ, ਜੇ ਕਿਤੇ ਸੁਰਤ ਜੁੜ ਜੇ, ਇੰਨੀ ਸ਼ਾਂਤੀ ਤੁਹਾਨੂੰ ਕਥਾ ਨਹੀਂ ਦੇ ਸਕਦੀ ਜਿੰਨੀ ਸ਼ਾਂਤੀ ਜਪਿਆ ਹੋਇਆ ਨਾਮ ਦੇਗਾ ਜੀ। ਨੇਤਰ ਬੰਦ ਕਰੋ। ਬਾਬਾ ਗੁਰਪ੍ਰੀਤ ਸਿੰਘ ਜੀ, ਤੁਸੀਂ ਨਹੀਂ ਕੀਤੇ ਬੰਦ, ਕਰੋ ਅੱਖਾਂ ਬੰਦ, ਪ੍ਰੇਮ ਨਾਲ ਗੱਜ ਕੇ ਵਾਹਿਗੁਰੂ 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 ਯਤਨ ਕਰਨਾ, ਮਨ ਸੁਣੇ ਮਨ। ਹਾਂਜੀ, ਮਨ ਸੁਣੇ ਜੀ ਵਾਹਿਗੁਰੂ ਨੂੰ। ਜਿਹੜਾ ਸਾਡਾ ਮਨ ਹੈ ਨਾ, ਇਹ ਰੱਬ ਦੇ ਕੰਨ ਨੇ ਜੀ। ਹਾਂਜੀ, ਮਨ ਨੇ ਸੁਣ ਲਿਆ, ਸਮਝੋ ਰੱਬ ਨੇ ਸੁਣ ਲਿਆ ਜੀ। ਤੇ ਜੇ ਮਨ ਨੇ ਨਾ ਸੁਣਿਆ ਜੀ ਨਾਮ, ਫਿਰ ਰੱਬ ਨੇ ਵੀ ਨਹੀਂ ਸੁਣਿਆ ਜੀ। ਲਾ ਲਓ ਇੱਕ ਚੁੱਭੀ ਹੋਰ, ਫਿਰ ਖਿਮਾ ਮੰਗੀਏ। ਐ ਨੇਤਰ ਬੰਦ ਕਰੋ, ਪ੍ਰੇਮ ਨਾਲ ਸਾਵਧਾਨ ਹੋ ਕੇ ਵਾਹਿਗੁਰੂ 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 ਵਾਹਿਗੁਰੂ
ਸਤਿਗੁਰੂ ਕਿਰਪਾ ਕਰੇ। ਜਿੰਨਾ ਸਮਾਂ ਵੀ ਲਾਉਣਾ ਹੈ, ਵੇਖ ਲਓ, ਦੋ ਗੱਲਾਂ ਨੇ। ਜਿੰਨੇ ਫਸਲ ਆਈ ਹੈ, ਤੂੜੀ, ਫੱਕ, ਪਰਾਲੀ ਆਪੇ ਹੀ ਮਿਲਦੀ ਹੈ ਜੀ। ਪਰ ਜੇ ਕੋਈ ਕਹੇ ਮੈਂ ਲਾਉਣੀ ਤੂੜੀ, ਫੱਕ, ਪਰਾਲੀ ਹੈ, ਉਹ ਇੰਝ ਨਹੀਂ ਲੱਗਦੀ ਜੀ। ਇਹ ਫਸਲ ਦੇ ਵਿੱਚ ਹੀ ਹੁੰਦਾ ਨਾ ਜੀ ਸਾਰਾ ਕੁਝ। ਬਸ ਇਸੇ ਤਰ੍ਹਾਂ ਹੀ ਹੈ। ਜਿਹਨੇ ਆਹ ਫਸਲ ਬੀਜੀ ਨਾ ਨਾਮ ਦੀ, ਇਹਦੇ ਵਿੱਚ ਹੀ ਦੁਨੀਆ ਦੇ ਸੁੱਖ ਹੈਗੇ ਆ ਜੀ। ਤੇ ਜੇ ਆਖੇ ਮੈਂ ਦੁਨੀਆ ਦੇ ਸੁੱਖਾਂ ਵਾਸਤੇ ਹੀ ਨਾਮ ਕਰਨਾ ਹੈ, ਫਿਰ ਤੇ ਐਡੀ ਸੁਭਾਈਮਾਨ ਗੱਲ ਨਹੀਂ ਹੈਗੀ। ਰੱਬ ਦੀ ਯਾਦ 'ਚ ਬੰਦਾ ਜਪੇ ਜੀ, ਪਰਮੇਸ਼ਰ ਦੀ ਯਾਦ 'ਚ ਜਪੇ ਤੇ ਇਹ ਸੁੱਖ ਆਪੇ ਹੀ ਮਿਲ ਜਾਂਦੇ ਜੀ ਬੰਦੇ ਨੂੰ ਜੀ। ਆਪੇ ਹੀ ਸੁੱਖ ਮਿਲ ਜਾਂਦੇ ਜੀ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਆਪ ਸਭਨਾਂ ਦਾ ਆਇਆ ਸਤਿਗੁਰੂ ਜੀ ਸਫਲਾ ਕਰਨ। ਬੇਅੰਤ ਭੁੱਲਾਂ ਹੋਈਆਂ ਨੇ, ਅੱਧੀ ਸਾਖੀ ਹੋਈ ਹੈ, ਕੱਲ ਅੱਧੀ ਆਪਾਂ ਸਰਵਣ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਜਣ